ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪੁੱਛਨ ਗੱਲ ਇਮਾਨ ਦੀ, ਕਾਜ਼ੀ ਮੁੱਲਾ ਇਕੱਠੇ ਹੋਈ। ਵੱਡਾ ਸਾਂਗ ਵਰਤਾਇਆ, ਲੱਖ ਨ ਸਕੈ ਕੁਦਰਤ ਕੋਈ। ਪੁੱਛਨ ਫੋਲ ਕਿਤਾਬਨੋ, ਹਿੰਦੂ ਵੱਡਾ ਕਿ ਮੁਸਲਮਨੋਈ। ਬਾਬਾ ਆਖੇ ਹਾਜੀਆਂ, ਸ਼ੁਭ ਅਮਲਾ ਬਾਜੋ ਦੋਨੋਂ ਰੋਈ। ਹਿੰਦੂ ਮੁਸਲਮਾਨ ਦੋਏ, ਦਰਗਾਹ ਅੰਦਰ ਲਹਿਨ ਨ ਢੋਈ। ਕੱਚਾ ਰੰਗ ਕਸੁੰਭ ਦਾ, ਪਾਣੀ ਧੋਤੈ ਥਿਰ ਨਾ ਰੋਈ। ਕਰਨ ਬਖੀਲੀ ਆਪ ਵਿੱਚ, ਰਾਮ ਰਹੀਮ ਇੱਕ ਥਾਏ ਖਲੋਈ। ਰਾਹੇ ਸ਼ੈਤਾਨੀ ਦੁਨੀਆ ਗੋਈ। ਰਾਹੇ ਸ਼ੈਤਾਨੀ ਦੁਨੀਆ ਗੋਈ। ਪਹਿਲੇ ਬਾਬੇ ਪਾਇਆ ਬਖਸ਼ਦਰ, ਪਿਛੋਂ ਦੇ ਫਿਰ ਕਾਲ ਕਮਾਈ। ਪਹਿਲੇ ਬਾਬੇ ਪਾਇਆ ਬਖਸ਼ਦਰ, ਪਿਛੋਂ ਦੇ ਫਿਰ ਕਾਲ ਕਮਾਈ। ਰੇਤ ਅੱਗ ਆਹਾਰ ਕਰ, ਰੋੜਾ ਕੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣ ਆਈ। ਬਾਬਾ ਪੈਂਦਾ ਸੱਚਖੰਡ, ਨੌ ਨਿਤ ਨਾਮ ਗਰੀਬੀ ਪਾਈ। ਬਾਬੇ ਦੇਖਿਆ ਧਿਆਨ ਧਰ, ਜਲਤੀ ਪ੍ਰਿਥਵੀ ਸਭ ਦਿਸ ਆਈ। ਬਾਜੋ ਗੁਰੂ ਗੋਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਚੜਿਆ ਸੋ ਧਨ ਤਰਤ ਲੁਕਾਈ। ਚੜਿਆ ਸੋ ਧਨ ਤਰਤ ਲੁਕਾਈ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ
ਜੀ। ਧਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਤਰਨ ਤਾਰਨ ਹਰ ਨਿਤ, ਦੁਖ ਨ ਸਕੈ ਵਿਆਪ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਤਰਨ ਤਾਰਨ ਹਰ ਨਿਤ, ਦੁਖ ਨ ਸਕੈ ਵਿਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਤਖਤਾਂ ਉੱਪਰ ਸ਼ੋਭਨੀਕ ਸੁਭਾਈਮਾਨ, ਰਾਜ਼ਾਨ ਰਾਜ਼, ਪਾਨ ਆਨ ਪਾਨ, ਦੇਵਾਨ ਦੇਵ, ਉਪਮਾ ਮਹਾਨ। ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ, ਸ਼ਬਦ ਜੋਤ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਨਿੱਘੀ ਗੋਦ ਦਾ ਆਨੰਦ ਮਾਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਾਧ ਸੰਗਤ, ਇਹ ਗੁਰੂ ਸਾਹਿਬ ਜੀ ਦੀ ਰਹਿਮਤ ਹੈ, ਦਇਆ ਹੈ। ਤਰਸ ਕਰਕੇ ਗੁਰੂ ਸਾਹਿਬ ਜੀ ਨੇ ਇਹ ਗੋਦ ਸਾਨੂੰ ਜਿਹੜੀ ਹੈ ਬਖਸ਼ਿਸ਼ ਕੀਤੀ ਹੈ। ਦੁਨੀਆ ਦੇ ਵਿੱਚ ਹਰ ਕੋਈ ਵਸਦਾ ਹੈ, ਦੁਨੀਆ ਬਹੁਤ ਗਿਣਤੀ ਦੇ ਵਿੱਚ ਹੈ, ਪਰ ਸਾਹਿਬ ਜੀ ਆਖਦੇ ਨੇ ਜਿਨ੍ਹਾਂ ਦੇ ਉੱਪਰ ਕਿਰਪਾ ਬਣ ਜਾਂਦੀ ਹੈ ਨਾ, ਉਹ ਹੀ ਗੁਰੂ ਘਰ ਆਣ ਕੇ ਗੁਰਾਂ ਕੀ ਸੰਗਤ ਦੇ ਵਿੱਚ ਬੈਠਦੇ ਹਨ। ਜਿਨ੍ਹਾਂ ਦੇ ਉੱਪਰ ਗੁਰੂ ਸਾਹਿਬ ਜੀ ਦੀ ਮਿਹਰ ਭਰੀ ਨਜ਼ਰ ਬਣ ਜਾਵੇ। ਪੰਚਮ ਗੁਰਦੇਵ ਬਾਣੀ ਕੇ ਬੋਹਿਤ, ਨਿਮਰਤਾ ਦੇ ਸਾਗਰ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਚਰਨ ਛੋਹ ਪ੍ਰਾਪਤ ਪਾਵਨ ਪਵਿੱਤਰ ਅਸਥਾਨ 72 ਗੁਰਸਿੱਖਾਂ ਦੀ ਪਾਵਨ ਨਗਰੀ ਡੱਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਵਿਖੇ ਸੰਗਤਾਂ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਬਣਾ ਰਹੀਆਂ। ਅੰਮ੍ਰਿਤ ਵੇਲੇ ਤੋਂ 5 ਬਾਣੀਆਂ ਦੇ ਨਿਤਨੇਮ ਦਾ ਜਾਪ, ਫਿਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ। ਸਾਹਿਬ ਜੀਆਂ ਨੇ ਗੁਰਵਾਕ ਬਖਸ਼ਿਸ਼ ਕੀਤਾ। ਉਪਰੰਤ ਅਸੀਂ ਬੜੇ ਹੀ ਪ੍ਰੇਮ ਵਾਲੀ ਭਾਵਨਾ ਦੇ ਨਾਲ ਗੁਰੂ ਘਰ ਦੇ ਰਾਗੀ ਜਥੇ ਪਾਸੋਂ ਅਸੀਂ ਸ਼੍ਰੀ ਆਸਾ ਜੀ ਕੀ ਵਾਰ ਬਾਣੀ ਦਾ ਅੰਮ੍ਰਿਤਮਈ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਰੋਜ਼ਾਨਾ ਦੀ ਜਿਹੜੀ ਮਰਿਆਦਾ ਹੈ ਗੁਰੂ ਘਰ ਦੀ, ਰੋਜ਼ਾਨਾ ਸ਼ਬਦ ਦੀ ਵਿਚਾਰ ਦੇ ਨਾਲ ਜੁੜਦੇ ਆ, ਹੁਕਮਨਾਮੇ ਦੀ ਵਿਚਾਰ ਦੇ ਨਾਲ ਜੁੜਦੇ ਆ, ਕਿਉਂਕਿ ਸਾਹਿਬਾਂ ਜੀਆਂ ਦਾ ਬਚਨ ਹੈ। ਸਾਹਿਬ ਜੀ ਬਚਨ ਕਰਦੇ ਹਨ, ਡਿਠੈ ਮੁਕਤ ਨ ਹੋਵੀ ਜਿਚਰ ਸ਼ਬਦ ਨਾ ਕਰੇ ਵਿਚਾਰ। ਉਨੀ ਦੇਰ ਤੱਕ ਜੀਵਨ ਦੇ ਵਿੱਚ ਮੁਕਤੀ ਨਹੀਂ ਮਿਲਣੀ ਜਿੰਨੀ ਦੇਰ ਤੱਕ ਅਸੀਂ ਸ਼ਬਦ ਦੀ ਵਿਚਾਰ ਨਹੀਂ ਕਰਦੇ। ਇਸ ਕਰਕੇ ਆਓ ਜੋ ਦਾਤਾਰ ਪਿਤਾ ਜੀ ਨੇ ਅੱਜ ਦਾ ਸਾਨੂੰ ਸ਼੍ਰੀ ਗੁਰਵਾਕ ਬਖਸ਼ਿਸ਼ ਕੀਤਾ ਹੈ, ਗੁਰਵਾਕ ਦੇ ਨਾਲ ਸਾਂਝ ਪਾਉਣੀ ਕਰੀਏ। ਸਾਂਝ ਕਰਨ ਤੋਂ ਪਹਿਲਾਂ
ਕਰੀਏ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰ ਸਹਿਤ ਪ੍ਰੇਮ ਦੇ ਨਾਲ ਭਿੱਜ ਕੇ ਇੱਕ ਵਾਰੀ ਸਾਰੇ ਹਾਜ਼ਰੀ ਲਗਵਾਈਏ ਜੀ। ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਧਨਾਸਰੀ ਰਾਗ ਦੇ ਅੰਦਰ ਪੰਚਮ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਪਾਵਨ ਬਚਨ ਸਾਡੀ ਝੋਲੀ ਦੇ ਵਿੱਚ ਪਾਉਂਦੇ ਹਨ। ਇਹ ਪਾਵਨ ਬਚਨ, ਪਾਵਨ ਗੁਰਵਾਕ ਸਾਹਿਬ ਜੀ ਦੇ ਪਾਵਨ ਅੰਗ 675 ਉੱਪਰ ਸੁਭਾਈਮਾਨ ਹੈ, ਜਿਸ ਦੀ ਸੰਪੂਰਨਤਾ 676 ਅੰਗ ਦੇ ਉੱਪਰ ਹੈ, ਜਿਸ ਦੇ ਵਿੱਚ ਅਰੰਭਤਾ ਦੇ ਬੋਲ ਅਸੀਂ ਸਰਵਣ ਕਰਦੇ ਹਾਂ। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਦੀਨ ਦੀ ਗੱਲ ਕਰਦੇ ਨੇ ਸਾਹਿਬ ਜੀ, ਦਰਦ ਦੀ ਗੱਲ ਕਰਦੇ ਨੇ ਸਾਹਿਬ ਜੀ ਕਿ ਦੁਨੀਆ ਦਾ ਜਿਹੜਾ ਦਰਦ ਹੈ ਉਸ ਨੂੰ ਨਿਵਾਰਨ ਕਰਦੇ ਨੇ ਦੁਨੀਆ ਦਾ ਕਰਤਾ ਦੀਨ ਦਰਦ ਨਿਵਾਰ ਠਾਕੁਰ। ਉਹ ਪਰਮੇਸ਼ਰ, ਉਹ ਅਕਾਲ ਪੁਰਖ ਵਾਹਿਗੁਰੂ ਰਾਖੈ ਜਨ ਕੀ ਆਪ। ਉਹ ਸਾਰਿਆਂ ਦੀ ਇੱਜ਼ਤ, ਉਹ ਸਾਰਿਆਂ ਦੀ ਪੱਤ ਆਪ ਰੱਖਣ ਵਾਲਾ ਹੈ। ਇੱਥੇ ਮਨੁੱਖ ਸਾਧ ਸੰਗਤ ਜੀ ਆਪਣੇ ਉੱਪਰ ਮਾਣ ਕਰਦਾ ਹੈ, ਅਹੰਕਾਰ ਕਰਦਾ ਹੈ, ਪਰ ਸਾਰਿਆਂ ਦੀ ਇੱਜ਼ਤ ਰੱਖਣ ਵਾਲਾ ਉਹ ਪਰਮੇਸ਼ਰ ਆਪ ਹੀ ਹੈ। ਜਿਵੇਂ ਅਸੀਂ ਹਿੰਦੂ ਮਤ ਅਨੁਸਾਰ ਦ੍ਰੋਪਦੀ ਦੀ ਗੱਲ ਕਰਦੇ ਹਾਂ, ਜਿਵੇਂ ਉਸ ਦੀ ਇੱਜ਼ਤ ਪੱਤ ਜਿਹੜੀ ਹੈ ਰੱਖੀ ਗਈ ਹੈ। ਸਾਹਿਬ ਜੀਆਂ ਨੇ ਆਖਿਆ ਦੀਨ ਦਰਦ ਨਿਵਾਰ। ਅਸਲ ਦੇ ਵਿੱਚ ਦਰਦ ਕੀ ਹੈ? ਅਸੀਂ ਦਰਦ ਕਿਸ ਨੂੰ ਆਖਦੇ ਹਾਂ? ਅਸਲੀ ਵਿਛੋੜਾ ਕੀ ਹੈ? ਅਸਲੀ ਦਰਦ ਇਹ ਹੈ, ਆਖਾਂ ਜੀਵਾ ਵਿਸਰੈ ਮਰ ਜਾਓ। ਨਾਮ ਤੋਂ ਟੁੱਟ ਜਾਣਾ, ਬੰਦਗੀ ਤੋਂ ਟੁੱਟ ਜਾਣਾ, ਰੱਬ ਦੇ ਨਾਲੋਂ ਦੂਰ ਹੋ ਜਾਣਾ, ਇਹ ਹੈ ਜੀ ਦਰਦ। ਪਰ ਸਾਡੇ ਮਨਾਂ ਦੇ ਵਿੱਚ ਦਰਦ ਕਿਹੜਾ ਛੁਪਿਆ ਹੋਇਆ ਹੈ? ਅਸੀਂ ਦਰਦ ਕਿਸ ਨੂੰ ਆਖਦੇ ਹਾਂ? ਅਸੀਂ ਦਰਦ ਮੋਹ ਮਾਇਆ ਦਾ ਸਮਝੀ ਬੈਠੇ ਆ। ਤਨ ਕਰਕੇ ਦੁਖੀ ਆ, ਮਨ ਕਰਕੇ ਦੁਖੀ ਆ, ਪਰ ਇਹ ਦੁੱਖ ਤਾਂ ਸਾਧ ਸੰਗਤ ਅਸੀਂ ਆਪ ਲਾਏ ਨੇ, ਬਾਹਰੋਂ ਕਿਸੇ ਨੇ ਸਾਨੂੰ ਦਿੱਤੇ ਨਹੀਂ, ਇਹ ਅਸੀਂ ਆਪ ਲਾਏ ਨੇ। ਕਿਉਂਕਿ ਸਾਹਿਬ ਜੀ ਗੁਰਬਾਣੀ ਦੇ ਵਿੱਚ ਆਖਦੇ ਨੇ, ਜਿਨ੍ਹਾਂ ਨੂੰ ਤੂੰ ਅੱਜ ਰਸ ਕਰਕੇ ਪੀਣਾ ਹੈ ਨਾ, ਤੈਨੂੰ ਬੜੇ ਇਹ ਪਦਾਰਥ ਸਵਾਦ ਲੱਗਦੇ ਨੇ, ਭਾਵੇਂ ਦੁਨਿਆਵੀ ਪਦਾਰਥ ਨੇ, ਭਾਵੇਂ ਉਹ ਕਾਮ ਕਰਕੇ ਨੇ, ਭਾਵੇਂ ਉਹ ਕ੍ਰੋਧ ਕਰਕੇ ਨੇ, ਕਿਸੇ ਵੀ ਪ੍ਰਕਾਰ ਦੇ ਨੇ, ਇਹ ਦਰਦ ਨਹੀਂ ਅਸਲ ਦੇ ਵਿੱਚ। ਇਹ ਦਰਦ ਤੂੰ ਆਪ ਸਹੇੜੇ ਨੇ। ਤੇ ਇਹਨਾਂ ਦਰਦਾਂ ਦਾ ਨਿਵਾਰਨ ਗੁਰੂ ਦੇ ਕੋਲ ਹੈ, ਸ਼ਬਦ ਗੁਰੂ ਦੇ ਕੋਲ। ਪਰ ਸਾਡੀ ਇੱਥੇ ਇਹ ਗੱਲ ਬਣ ਜਾਂਦੀ ਹੈ, ਅਸੀਂ ਗਿਆਨ ਗੁਰੂ ਤੋਂ ਦੂਰ ਭੱਜਦੇ ਹਾਂ। ਜਿੱਥੋਂ ਗਿਆਨ ਮਿਲਣਾ ਹੈ ਨਾ, ਅਸੀਂ ਉੱਥੋਂ ਦੂਰ ਭੱਜ ਜਾਂਦੇ ਹਾਂ। ਅਸੀਂ ਉਹਨਾਂ ਦੇ ਕੋਲ ਜਾਂਦੇ ਹਾਂ ਜਿਹੜੇ ਆਪ ਦੁਖੀ ਨੇ। ਅਸੀਂ ਉਹਨਾਂ ਦੇ ਕੋਲ ਜਾ ਕੇ ਮਾਇਆ ਦਾਨ ਕਰਦੇ ਹਾਂ, ਮਾਇਆ ਦਿੰਦੇ ਹਾਂ ਕਿ ਸਾਡਾ ਆਹ ਦੁੱਖ ਦੂਰ ਹੋ ਜਾਵੇ, ਸਾਡੀਆਂ ਆਹ ਤਕਲੀਫਾਂ ਦੂਰ ਹੋ ਜਾਣ। ਜੇ ਗੱਲ ਕਰੀਏ ਸਿੱਧੇ ਸ਼ਬਦਾਂ ਦੇ ਵਿੱਚ, ਦੇਹਧਾਰੀ ਗੁਰੂ ਜਿਹੜੇ ਬਣ ਕੇ ਬੈਠੇ ਨੇ ਅੱਜ ਦੁਨੀਆ ਦੇ ਵਿੱਚ, ਉਹਨਾਂ ਦੇ ਕੋਲ ਉਹ ਪੈਸੇ ਲੈਂਦੇ ਨੇ। ਕਦੀ ਉਹਨਾਂ ਨੇ ਬੰਦਗੀ ਕਰਨ ਵਾਸਤੇ ਪ੍ਰੇਰਨਾ ਕੀਤੀ ਹੈ ਕਿ ਰੱਬ ਦੀ ਗੱਲ, ਰੱਬ ਦੀ ਬੰਦਗੀ ਕਰਨੀ ਹੈ?
ਅਸਲ ਦੇ ਵਿੱਚ ਗੁਰੂ ਸਾਹਿਬ ਜੀ ਆਖਦੇ ਨੇ ਜਿਹੜਾ ਅਸਲੀ ਗੁਰੂ ਦਾ ਸਿੱਖ ਹੈ ਨਾ, ਅਸਲੀ ਰੱਬ ਦਾ ਜਿਹੜਾ ਪਿਆਰਾ ਹੈ ਨਾ, ਉਹ ਕਦੀ ਗੱਲ ਲਾਲਚ ਦੀ ਨਹੀਂ ਕਰੇਗਾ, ਮੋਹ ਦੀ ਨਹੀਂ ਕਰੇਗਾ, ਉਹ ਗੱਲ ਰੱਬ ਦੀ ਕਰੇਗਾ। ਉਹ ਕਦੀ ਦੇਹ ਦਾ ਹੰਕਾਰ ਵੀ ਨਹੀਂ ਕਰੇਗਾ। ਪਰ ਉਹ ਕੀ ਕਹਿੰਦੇ ਨੇ, ਪੈਸੇ ਦੇ ਜਾਓ ਨਾਮ ਜਪਣ ਲਈ, ਅਸੀਂ ਜੋ ਬੈਠੇ ਹਾਂ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਘਰੇ ਜਾ ਕੇ ਤੁਸੀਂ ਬੈਠੋ, ਰੱਬ ਅਸੀਂ ਕਰੀ ਜਾਂਦੇ ਹਾਂ। ਜੇ ਇੱਦਾਂ ਹੀ ਹੁੰਦਾ ਨਾ ਸਾਧ ਸੰਗਤ ਜੀ, ਫਿਰ ਤਾਂ ਸਾਰਿਆਂ ਦਾ ਬੇੜਾ ਪਾਰ ਹੋ ਜਾਣਾ ਸੀ। ਫਿਰ ਸਾਹਿਬ ਜੀਆਂ ਨੇ ਬਚਨ ਨਹੀਂ ਸੀ ਉਚਾਰਨ ਕਰਨਾ, ਸ਼ਬਦ ਗੁਰੂ ਸੁਰਤ ਤੁਹਾਨੂੰ ਚੇਲਾ, ਸਾਹਿਬ ਜੀ ਨੂੰ ਸਭ ਪਤਾ ਹੈ। ਅਸਲ ਦੇ ਵਿੱਚ ਗੁਰੂ ਸਾਹਿਬ ਜੀ ਸੱਚਾਈ ਸਾਡੇ ਸਾਹਮਣੇ ਰੱਖਦੇ ਨੇ, ਜਿਹੜੀ ਅਸਲ ਸੱਚਾਈ ਹੈ ਕਿ ਸ਼ਬਦ ਗੁਰੂ ਨੂੰ ਅਸੀਂ ਜਦੋਂ ਆਪਣਾ ਮਨ ਅਰਪਣ ਕਰਦੇ ਹਾਂ ਨਾ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਹੁਣ ਇਹ ਜਿਹੜਾ ਮਨ ਵੇਚਿਆ, ਇਹ ਮਨ ਗੁਰੂ ਨੂੰ ਦਿੱਤਾ ਹੈ। ਮਨ ਦੇ ਵਿੱਚ ਗਿਆਨ ਵਸਣਾ ਹੈ। ਜਦੋਂ ਮਨ ਨੂੰ ਗਿਆਨ ਆਵੇਗਾ, ਆਪਣੇ ਆਪ ਹੀ ਸਾਰੇ ਇਹ ਜਿਹੜੇ ਦੀਨ, ਜਿਹੜੇ ਦਰਦਾਂ ਦੀ ਗੱਲ ਗੁਰੂ ਪਾਤਸ਼ਾਹ ਜੀ ਕਰਦੇ ਨੇ, ਦੂਰ ਹੋ ਜਾਣੇ ਨੇ। ਪਰ ਰੱਖਣੀ ਕਿੱਥੇ ਆ? ਠਾਕੁਰ ਰਾਖੈ ਜਨ ਕੀ ਆਪ। ਉਹ ਤਾਂ ਹੁਣ ਸੰਗਤ ਦੇ ਵਿੱਚ ਬੈਠਾਂਗੇ, ਉਹ ਵੀ ਮਨ ਕਰਕੇ ਬੈਠਣਾ ਪੈਣਾ ਹੈ। ਸਾਧ ਸੰਗਤ, ਅਸੀਂ 30 ਤਾਰੀਖ ਨੂੰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀਆਂ ਦਾ 551ਵਾਂ ਪ੍ਰਕਾਸ਼ ਪੁਰਬ ਸਮੁੱਚੇ ਜਗਤ ਦੀ ਸੰਗਤ ਨੇ ਮਨਾਇਆ ਹੈ। ਨਾਲ ਦੀ ਨਾਲ ਵਿਚਾਰ ਵੀ ਕਰਦੇ ਆ ਕਿ ਬਾਬੇ ਨਾਨਕ ਦਾ ਮੁੱਖ ਉਪਦੇਸ਼ ਕੀ ਸੀ, ਦੁਨੀਆ ਦੇ ਵਿੱਚ ਆਉਣ ਦਾ ਕਾਰਨ ਕੀ ਹੈ, ਕਿਉਂ ਆਏ। ਫਿਰ ਉਹਨਾਂ ਨੇ ਆਣ ਕੇ ਇੱਥੇ ਅਜਿਹਾ ਕੀ ਕੀਤਾ ਕਿ ਅਸੀਂ ਗੁਰਬਾਣੀ ਦੇ ਵਿੱਚੋਂ ਇਹ ਪਾਵਨ ਸ਼ਬਦ ਪੜ੍ਹਦੇ ਹਾਂ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਐਸਾ ਮੇਰੇ ਗੁਰੂ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਕੀ ਕੀਤਾ ਦੁਨੀਆ ਦੇ ਵਿੱਚ। ਕਹਿਣ ਲੱਗੇ, ਇੱਕ ਕਵੀ ਬੜੇ ਸੋਹਣੇ ਬੋਲ ਜਿਹੜੇ ਨੇ ਲਿਖਦਾ ਹੈ, ਉਹ ਕਹਿੰਦਾ, ਤਾਰੇ ਗਿਣੇ ਜਾਤ ਹੈ, ਤੇਰੇ ਤਾਰੇ ਨਾ ਗਣਾਤ ਹੈ। ਬੜੀ ਵੱਡੀ ਗੱਲ ਹੈ। ਕਹਿਣ ਲੱਗੇ, ਇਹੋ ਜਿਹਾ ਵੇਲਾ ਬਣ ਗਿਆ, ਇਹੋ ਜਿਹਾ ਸਮਾਂ ਬਣ ਗਿਆ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀਆਂ ਨੂੰ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਆਪ ਦੁਨੀਆ ਦੇ ਵਿੱਚ ਆਉਣਾ ਪਿਆ, ਕਿਉਂਕਿ ਹਾਲਾਤ ਇਦਾਂ ਦੇ ਬਣ ਗਏ। ਕਹਿਣ ਲੱਗੇ, ਕਵੀ ਲਿਖਦਾ ਹੈ ਕਿ ਤਾਰੇ ਗਿਣੇ ਜਾਤ ਹੈ। ਕਹਿਣ ਲੱਗੇ, ਕੋਈ ਵਿਗਿਆਨੀ ਬੜੀ ਪੜ੍ਹਾਈ ਕਰ ਲਵੇ, ਬੜੀ ਖੋਜ ਕਰ ਲਵੇ, ਉਹ ਕਹਿ ਦੇਵੇ ਕਿ ਮੈਂ ਤਾਰਿਆਂ ਦੀ ਗਿਣਤੀ ਕਰ ਸਕਦਾ ਹਾਂ। ਤਾਰਿਆਂ ਦੀ ਗਿਣਤੀ ਹੋ ਸਕਦੀ ਹੈ। ਜਿਹੜੇ ਅਸਮਾਨ ਦੇ ਵਿੱਚ ਟਿਮਟਮਾਉਂਦੇ ਤਾਰੇ ਨੇ ਨਾ, ਇਹਨਾਂ ਦੀ ਗਿਣਤੀ ਹੋ ਸਕਦੀ ਹੈ। ਪਰ ਕਹਿਣ ਲੱਗੇ, ਗੁਰੂ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਇੰਨਿਆਂ ਨੂੰ ਤਾਰਿਆ, ਇੰਨੇ ਗੁਰਸਿੱਖਾਂ ਨੂੰ ਤਾਰਿਆ, ਇੰਨੇ ਪਾਪੀਆਂ ਨੂੰ ਤਾਰ ਦਿੱਤਾ, ਉਹਨਾਂ ਦੀ ਗਿਣਤੀ ਕੋਈ ਨਹੀਂ ਹੋ ਸਕਦੀ। ਕਿ ਗੁਰੂ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਤੇਰੇ ਤਾਰੇ ਨਾ ਗਿਣਾਤ ਹੈ, ਦਾ ਤਾਰ ਪਿਤਾ ਤੂੰ ਧੰਨ ਹੈ। ਦੁਨੀਆ ਦੇ ਵਿੱਚ ਆਣ ਕੇ ਜਿਨ੍ਹਾਂ ਨੇ ਨਾਮ ਵੀ ਨਹੀਂ ਜਪਿਆ, ਤੂੰ ਉਹਨਾਂ ਨੂੰ ਵੀ ਤਾਰ ਦਿੱਤਾ। ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਨੇ ਕਦੀ ਜ਼ਿੰਦਗੀ ਦੇ ਵਿੱਚ ਨਾਮ ਹੀ ਨਹੀਂ ਲਿਆ। ਕੋਡੇ ਨੇ ਕਿਹੜਾ ਸਾਧ ਸੰਗਤ ਜੀ ਨਾਮ ਜਪਿਆ ਸੀ, ਸੱਜਣ ਠੱਗ ਨੇ ਕਿਹੜਾ ਨਾਮ ਜਪਿਆ ਸੀ, ਭੂਮੀਆਂ ਚੋਰ ਵਰਗੇ ਤਰ ਗਏ। ਵਾਹਿਗੁਰੂ ਵਾਹਿਗੁਰੂ। ਮੇਰੇ ਦਾਤਾਰ ਪਿਤਾ ਨੇ, ਅਸੀਂ ਆਸਾ ਜੀ ਵਾਰ ਬਾਣੀ ਦੇ ਵਿੱਚੋਂ ਜਦੋਂ ਫਰਮਾਨ ਪੜ੍ਹਦੇ ਹਾਂ, ਨਦਰ ਪੱਠੀ ਜੇ ਕਰੇ ਸੁਲਤਾਨਾ ਘਾ ਕਰਾయింਦਾ, ਇਹ ਤਾਂ ਉਹਦੀ ਨਜ਼ਰ ਹੈ, ਜਿਸ ਦੇ ਉੱਪਰ ਪੈ ਗਈ ਉਹ ਤਰ ਗਿਆ, ਤੇ ਜਿਸ ਨੇ ਮੱਥਾ ਲਾ ਲਿਆ ਤੇ ਉਸ ਦਾ ਜਿਹੜਾ ਬੇੜਾ ਡੁੱਬ ਗਿਆ। ਪਰ ਦਾਤਾਰ ਪਿਤਾ ਜੀ ਨੇ ਸਭਨਾਂ ਨੂੰ ਦੁਨੀਆ ਦੇ ਵਿੱਚ ਆਣ ਕੇ ਤਾਰਿਆ ਹੈ। ਸਭ ਤੋਂ ਵੱਡਾ ਜਿਹੜਾ ਹੈ ਸਤਿਗੁਰੂ ਨਾਨਕ, ਇਸ ਕਰਕੇ ਉਸ ਦਾ ਗਿਆਨ ਮਾਨ ਹੈ, ਉਸ ਦਾ ਗਿਆਨ ਵੱਡਾ ਹੈ। ਜਿਨ ਕਲ ਰਾਖੀ ਮੇਰੀ, ਕਲਯੁਗ ਦੇ ਘੋਰ ਹਨੇਰੇ ਦੇ ਵਿੱਚ ਜਿਹੜੀ ਉਹਨਾਂ ਨੇ ਸਾਡੀ ਇੱਜ਼ਤ ਪੱਤ ਰੱਖੀ, ਸਾਨੂੰ ਜਗਤ ਦੇ ਵਿੱਚ ਜਿਹੜੀ ਥਾਂ ਦਿੱਤੀ। ਕਿਸ ਨੇ ਇੱਥੇ ਹੋਣਾ ਸੀ, ਜਿੱਦਾਂ ਦੇ ਹਾਲਾਤ ਬਣ ਗਏ। ਕਵੀ ਕਹਿੰਦਾ ਹੈ, ਯੂੰ ਤੋਂ ਬਹੁਤ ਪਾਰਸਾ ਹੋਏ ਹੈ ਇਸ ਜਹਾਂ ਮੇਂ। ਕਹਿਣ ਲੱਗੇ, ਬੜੇ
ਜਿਹੜੇ ਇਸ ਦੁਨੀਆ ਦੇ ਵਿੱਚ ਵਲੀ ਨਬੀ ਆਏ। ਯੂ ਤੋਂ ਬਹੁਤ ਪਾਰਸਾ ਹੋਏ ਇਸ ਜਹਾਂ ਮੇ, ਬਹੁਤ ਸੇ ਰਹਿਨੁਮਾ ਹੋਏ ਇਸ ਜਹਾਂ ਮੇ, ਬੜੇ ਰਹਿਨੁਮਾ ਵੀ ਇਸ ਦੁਨੀਆ ਦੇ ਵਿੱਚ ਹੋਏ। ਫਿਰ ਉਹਨਾਂ ਨੇ ਆਖਿਆ ਵਲੀ ਨਬੀ ਦੇਵਤੇ ਹੋਏ ਇਸ ਜਹਾਂ ਮੇ, ਜਿਨੇ ਭੇਜਤਾ ਹੈ ਖੁਦਾ ਇਸ ਜਹਾਂ ਮੇ। फिर आख्या फकर उनके पैरे उनको मानते हैं। सारे देवी देवते वीर पैगंबर इस दुनिया दे विच आए। फिर कहन लगे मगर तुमको सारा संसार गुरु मानता है। हुण गुरु नानक देव पातशाह जी महाराज नूं समुच्चा संसार गुरु मन्नी बैठा है। कहन लगे वली आए, पैगंबर आए, नबी आए, देवते आए, रहनुमा आए, पारसा आए, किन्ने आए? पर कहन लगे हे सच्चे पिता वाहिगुरु दातार पिता धन गुरु नानक साहिब जी, तुहानू सारा संसार गुरु करके मानदा है, क्योंकि मेरे बाबे ने दुनिया दे विच आण के शब्द दी जोत जगाई है। घर घर अंदर धर्मशाल होवै कीर्तन सदा वसोआ। शब्द की जोत जिहड़ी धन गुरु नानक देव पातशाह जी महाराज जियां ने दुनिया के अंदर आण करके जगाई है। भाई गुरदास जी आखदे ने सतगुर नानक प्रगटिया मिटी धुंध जग चानण होआ। भाई साहब जियां ने बड़े डूंघे भेद जिहड़े ने इस पंक्ति दे विच आखे ने कि जदों गुरु नानक देव पातशाह जी महाराज जी ने इस दुनिया दे विच प्रगट होना है, साहिब जियां ने जन्म लेना है, अवतार धारना है, मिटी धुंध जग चानण होआ। भाव कि हनेरी नहीं धुंध पै गई दुनिया दे विच। हुण हनेरे दे विच कोई मनुख दीवा जगावेगा जां बत्ती जगा लवे, चानण हो जाता है। पर धुंध दे विच जदों असीं बल्ब जां लाइट जगाउने आ जां रास्ते दे उपर जाने आ, सानू लाइटां साडी गड्डी दीयां जग रहीआं हुंदियां ने, पर सानू अगे कुछ नज़र नहीं आउंदा। सारे पासे चिट्टी धुंध दा पसारा छाया हुंदा है। इदां दा माहौल, इदां दे हालात जिहड़े ने उस समय बन गए। ते भाई गुरदास जीआं ने इन्हां पौड़ियां तो पहिलां जिहड़ी असीं सुणी पुकार दा तार प्रभ गुरु नानक जग माई पठाया, इस तो पहली वार दे अंदर जदों पहलियां पौड़ियां सरवण करदे आ ना, पढ़दे आ, उस दे विच विस्तार सहित भाई साहब जियां ने जिहड़ा जिक्र है ना समय के हालातां दा कीता है। इसे करके धन साहिब श्री गुरु ग्रंथ साहिब जी महाराज जियां दी गुरबाणी दी कुंजी भाई गुरदास जी दे कोल है, क्योंकि एक एक पंक्ति दी जिहड़ी पौड़ी है ना भाई गुरदास जियां ने वारां दे अंदर खोल के सानू ज्ञान सहित समझाया है। ते भाई साहब जी आखदे ने राजे पाप कमावंदे उल्टी वाड़ खेत को खाई। ते गुरबाणी दे विचों असीं शब्द लैने आ राजे शी मुकद्दम कुत्ते जाए जगायन बैठे सुत्ते। कहन लगे मौके दा जिहड़ा बादशाह है, जिस नूं राजा कह के भाई साहब जियां ने जिक्र किया है, गुरु साहब जी आखदे ने राजे शी बन गए, कुत्ते बन के बघियाड़ां दा रूप जिहड़ा इन्हां ने धारण कर लिया। राजे शी मुकद्दम कुत्ते जाए जगायन बैठे सुत्ते। ज्ञान दा दीवा बुझ गया ते अज्ञान दा जिहड़ा हनेर, अज्ञान दी जिहड़ी धुंध सारी दुनिया दे विच फैल गई। हुण लोड़ सी उस समय दे विच कि कोई इस धरती दे उपर महापुरुष कोई सिद्ध जिहड़ा है ज्ञान दा दीवा जगावे। पर सिद्ध किहड़ा, साध किहड़ा, वो तो समेर पर्वतां दे उपर जाके बैठ के भाई साहब जी ने आख्या। इत्थों तक भाई साहब जी आखदे ने आपो धापी होए कह न्यारे न्यारे धर्म चलावे। जिस दा जी करदा है साध संगत वो उसे तरह धर्म चलाई जा रहा है। हिंदू मुसलमानां दे नाल लड़दे पए ने, मुसलमान हिंदुआं दे नाल लड़दे पए ने। हिंदू उन्हां दीआं मस्जिदां ढा रहे ने, मुसलमान उन्हां दे मंदिर ढाई जा रहे ने। वाहिगुरू धक्के दे नाल किसे दे उपर धर्म नूं थोपिया जा रहा है कि साडा धर्म उच्चा है, वो कहंदा मेरा धर्म उच्चा है। जिसदा जिद्दां जी करदा धर्म चलाई जा रहा है। कहण लगे मुसलमान मत दे विच भाई गुरदास जी ने आख्या 72 कौमां दे विच जिहड़ा है ये वंडिया गया। गां दी गां इन्हां दे विचों कई धर्म जिहड़े अगे गां दी गां वध गए। इत्थे ही नहीं, कहण लगे विच फिर गल भाई गुरदास जी करदे ने बौद्ध मत दी भी उन्होंने गल आखी है।
ਕਹਿਣ ਲੱਗੇ ਮਹਾਤਮਾ ਬੁੱਧ ਜਿਹੜਾ ਕਦੇ ਬੁੱਤਾਂ ਦੀ ਪੂਜਾ ਨੂੰ ਨਹੀਂ ਮੰਨਦਾ ਸੀ, ਉਸਨੇ ਕਿਸੇ ਪੈਰੋਕਾਰ ਨੂੰ ਨਹੀਂ ਆਖਿਆ ਕਿ ਕਿਸੇ ਬੁੱਤ ਦੀ ਪੂਜਾ ਕਰੋ, ਪਰ ਉਹ ਵੀ ਜਿਹੜਾ ਹੈ ਮੂਰਤੀ ਪ੍ਰਸ ਜਿਹੜਾ ਸਾਰਾ ਉਹਨਾਂ ਦਾ ਵਰਗ ਹੋ ਚੁੱਕਾ ਹੈ, ਸਾਰਾ ਧਰਮ ਬੁੱਤ ਪੂਜਾ ਦੇ ਵਿੱਚ ਵਿਅਸਤ ਹੈ। ਆਪਣੇ ਆਪਣੇ ਧਰਮ ਨੂੰ ਹਰ ਕੋਈ ਜਿੱਦਾਂ ਚਾਹੁੰਦਾ ਹੈ ਉੱਦਾਂ ਹੀ ਧਰਮ ਇੱਕ ਦੂਜੇ ਦੇ ਉੱਪਰ ਠੋਪੀ ਜਾ ਰਿਹਾ ਹੈ। ਬੜੇ ਹਾਲਾਤ ਮਾੜੇ ਬਣ ਗਏ। ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ। ਕਹਿਣ ਲੱਗੇ ਧਰਮ ਵੀ ਕਿਤੇ ਪੰਖ ਲਾ ਕੇ ਦੂਰ ਉੱਡ ਗਿਆ। ਭਾਈ ਸਾਹਿਬ ਜੀਆਂ ਨੇ ਇਹ ਵੀ ਆਖਿਆ ਏ ਕਿ ਇਹ ਜਿਹੜਾ ਧਰਮ ਰੂਪੀ ਬੈਲ ਹੈ ਨਾ, ਇਸ ਦੀਆਂ 3 ਲੱਤਾਂ ਜਿਹੜੀਆਂ ਨੇ, ਜਿਵੇਂ ਤ੍ਰੇਤਾ ਯੁੱਗ, ਸਤਯੁੱਗ, ਫਿਰ ਦੁਆਪਰ, ਇਸ ਪ੍ਰਕਾਰ 3 ਲੱਤਾਂ ਜਿਹੜੀਆਂ ਟੁੱਟ ਚੁੱਕੀਆਂ ਨੇ, 1 ਲੱਤ ਕਲਯੁੱਗ ਦੇ ਵਿੱਚ ਆਣ ਕੇ ਰਹਿ ਗਈ। ਉਹ ਜਿਹੜਾ ਬੈਲ ਹੈ ਨਾ, ਉਹ ਵੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਰੋ ਰੋ ਕੇ ਪੁਕਾਰਾਂ ਕਰਦਾ ਏ। ਉਸ ਦੇ ਜਿਹੜੇ ਸਿੰਘ ਨੇ ਉਹ ਵੀ ਧਰਤੀ ਦਾ ਭਾਰ ਨਹੀਂ ਠਾ ਪਾ ਰਹੇ। ਕਿਉਂਕਿ ਧਰਮ ਨੂੰ ਆਸਰਾ ਦੇਣ ਵਾਲਾ ਕੋਈ ਨਹੀਂ। ਇਹ ਧਰਮ ਦੀ ਗੱਲ ਹੈ ਸਾਧ ਸੰਗਤ ਜੀ, ਗਿਆਨ ਦੀ ਗੱਲ ਸੀ, ਬੰਦਗੀ ਦੀ ਗੱਲ ਸੀ। ਬੰਦਗੀ ਕਿਤੇ ਵੀ ਨਹੀਂ, ਸਾਰੇ ਬੰਨੇ ਪਾਪ ਹੀ ਪਾਪ, ਸਾਰੇ ਬੰਨੇ ਪਾਪ ਹੀ ਪਾਪ। ਕਿਸੇ ਬੰਨੇ ਗਿਆਨ ਦੀ ਗੱਲ, ਕਿਸੇ ਬੰਨੇ ਬੰਦਗੀ ਦੀ ਗੱਲ ਜਿਹੜੀ ਨਜ਼ਰ ਨਹੀਂ ਆ ਰਹੀ। ਇਸ ਕਰਕੇ ਆਖਿਆ ਗਿਆ, ਰਾਜੇ ਨੂੰ ਕੁੱਤਾ ਆਖਿਆ ਗਿਆ ਕਿ ਹਾਂ ਹੇ ਰਾਜਨ, ਤੇਰੇ ਕੋਲ ਕੋਈ ਨਿਆਂ ਲੈਣ ਵਾਸਤੇ ਆਉਂਦਾ ਜਾਂ ਭਾਵ ਦੀ ਗੱਲ ਕਰ ਲੈਂਦੇ ਆ, ਪਿੰਡ ਦੇ ਸਰਪੰਚ ਦੇ ਕੋਲ ਚਲੇ ਜਾਂਦੇ ਆ ਕੋਈ ਮੁੱਦਾ ਲੈ ਕੇ। ਜੇ ਉਹ ਉਲਟਾ ਸਾਡੇ ਵਿਰੁੱਧ ਬੋਲੇ ਤਾਂ ਫਿਰ ਤਾਂ ਮਾੜੀ ਗੱਲ ਹੈ। ਇਸੇ ਪ੍ਰਕਾਰ ਕਹਿਣ ਲੱਗੇ ਉਹ ਰਾਜੇ ਜੇ ਕਿਸੇ ਨੇ ਨਿਆਂ ਲੈਣ ਵਾਸਤੇ ਉਹਨਾਂ ਦੇ ਕੋਲ ਜਾਣਾ, ਬਾਦਸ਼ਾਹ ਦੇ ਕੋਲ ਨਿਆਂ ਲੈਣ ਵਾਸਤੇ ਚਲਾ ਜਾਣਾ, ਤਾਂ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ, ਉਹਨਾਂ ਦਾ ਆਦਰ ਸਤਿਕਾਰ ਤਾਂ ਕੀ ਕਰਨਾ ਸੀ। ਇੱਥੋਂ ਤੱਕ ਕਿਸੇ ਇਸਤਰੀ ਨੇ ਚਲੇ ਜਾਣਾ, ਉਸ ਦਾ ਸ਼ੋਸ਼ਣ ਕੀਤਾ ਜਾਣਾ, ਇੱਥੋਂ ਤੱਕ ਕਿ ਉਸ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਕਿਸੇ ਨੂੰ ਕੋਈ ਗੱਲ ਹੱਕ ਜਿਹੜਾ ਗੱਲ ਹੈ ਨਾ, ਆਪਣਾ ਹੱਕ ਰੱਖਣ ਦਾ ਹੁਕਮ ਨਹੀਂ ਸੀ ਕਿ ਕੋਈ ਹੱਕ ਰੱਖ ਸਕੇ। ਇੱਦਾਂ ਦਾ ਮਾਹੌਲ ਉਸ ਸਮੇਂ ਬਣ ਗਿਆ। ਇਹ ਉਸ ਸਮੇਂ ਵੀ ਹੁੰਦਾ ਸੀ ਸਾਧ ਸੰਗਤ ਜੀ। ਅੱਜ ਵੀ ਜਿਵੇਂ ਸੈਂਟਰ ਸਰਕਾਰ ਅੱਜ ਜਿਵੇਂ ਕਿਸਾਨਾਂ ਦੇ ਨਾਲ ਕਰਦੀ ਪਈ ਹੈ, ਅਸਲ ਦੇ ਵਿੱਚ ਕਿਸਾਨ ਨੂੰ ਸਾਧ ਸੰਗਤ ਜੀ ਇਹ ਥੋੜ੍ਹੀ ਦੇਰ ਵਾਸਤੇ ਰੁਕਣਾ ਚਾਹੁੰਦੇ ਆ, ਕਿਉਂਕਿ ਹਾਲਾਤ ਜਿਹੜੇ ਨੇ ਨਾ ਉਹ ਬਿਆਨ ਕਰ ਦੇਣੇ ਚਾਹੀਦੇ ਨੇ ਕਿ ਉਸ ਸਮੇਂ ਕਿਵੇਂ ਦੇ ਹਾਲਾਤ ਬਣ ਗਏ। ਅੱਜ ਵੀ ਉਸੇ ਪ੍ਰਕਾਰ ਰਲਦੇ ਮਿਲਦੇ ਹਾਲਾਤ। ਜੋ ਕਿਸਾਨ ਜਿਹੜਾ ਹੈ ਸਾਰੀ ਦੁਨੀਆ ਦਾ ਢਿੱਡ ਭਰਨ ਵਾਲਾ ਹੈ। ਇੱਥੋਂ ਤੱਕ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਨਾਲ ਸੰਬੰਧ ਹੈ। ਆਪ ਉਹਨਾਂ ਨੇ ਹਲ ਚਲਾ ਕੇ ਖੇਤੀ ਕੀਤੀ ਹੈ। ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦਾ ਜਿਹੜਾ ਨਾਰਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਮਾਰਿਆ ਹੈ, ਅੱਜ ਉਹਨਾਂ ਨੂੰ ਸੜਕਾਂ ਤੇ ਬੈਠਣਾ ਪੈ ਰਿਹਾ ਹੈ। ਅੱਜ ਉਹਨਾਂ ਨੂੰ ਧਰਨੇ ਲਾ ਕੇ ਰਾਤਾਂ ਜਿਹੜੀਆਂ ਨੇ ਠੰਡ ਦੇ ਵਿੱਚ ਕੱਟਣੀਆਂ ਪੈ ਰਹੀਆਂ ਨੇ। ਪਰ ਰਾਜਾ, PM, ਬਾਦਸ਼ਾਹ ਇਹ ਗੱਲ ਨਹੀਂ ਜਾਣਦਾ ਕਿ ਇਹ ਪੰਜਾਬ ਹੈ, ਇਹ ਗੁਰਾਂ ਦੀ ਧਰਤੀ ਹੈ। ਤੇ ਅਸੀਂ ਆਮ ਜਿਹੇ ਸ਼ਬਦਾਂ ਦੇ ਵਿੱਚ ਆਖਦੇ ਹੁੰਦੇ ਹਾਂ ਕਿ ਜਿਹੜੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਸਨ ਉਹ ਖੁਦ ਉੱਜੜ ਗਏ, ਪਰ ਪੰਜਾਬ ਨੂੰ ਅੱਜ ਤੱਕ ਕੋਈ ਵੀ ਜਿਹੜਾ ਹੈ ਬਰਬਾਦ ਨਹੀਂ ਕਰ ਪਾਇਆ। ਇਹ ਅੱਜ ਦੀ ਨਹੀਂ ਗੱਲ, ਇਹ ਸਦੀਆਂ ਤੋਂ ਚੱਲੀ ਆ ਰਹੀ ਹੈ। ਪਰ ਸ਼ਾਇਦ ਉਹ ਜਾਣਦਾ ਨਾ ਹੋਵੇ ਜਾਂ ਫਿਰ ਜਾਣ ਕੇ ਕਰ ਰਿਹਾ ਹੈ, ਪਰ ਇਹ ਬੜੀ ਹੀ ਮਾੜੀ ਗੱਲ ਹੈ। ਕਿਉਂਕਿ ਇੱਥੇ ਸदैव ਹੀ ਗੁਰੂ ਸਾਹਿਬ ਜੀ ਦੀ ਕਿਰਪਾ ਰਹੀ ਹੈ ਤੇ ਗੁਰੂ ਸਾਹਿਬ ਜੀ ਦੀ ਜਿਹੜੀ ਕਿਰਪਾ ਵਰਤਣੀ ਹੈ। ਤੇ ਉਸ ਸਮੇਂ ਦੇ ਹਾਲਾਤ ਵੀ ਇਦਾਂ ਦੇ ਬਣ ਗਏ। ਰਾਜੇ ਦੇ ਕੋਲ ਵੀ ਕੋਈ ਨਿਆਂ ਲੈਣ ਵਾਸਤੇ ਨਹੀਂ ਜਾਂਦਾ। ਨਿਆਂ ਕਿਵੇਂ ਲਿਆ ਜਾਵੇ, ਅੱਗਿਓਂ ਜਿਹੜੀ ਇੱਜ਼ਤ ਪੱਤ ਜਿਹੜੀ ਹੈ ਬੇਇੱਜ਼ਤੀ ਕੀਤੀ ਜਾਂਦੀ ਹੈ, ਬਹੁਤ ਔਖਾ ਹੋ ਗਿਆ। ਪ੍ਰਜਾ ਬਹੁਤ ਦੁਖੀ ਹੈ ਜੀ। ਫਿਰ ਆਖਿਆ ਸਾਹਿਬ ਜੀਆਂ ਨੇ, ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਏ ਨ ਬੈਠੇ ਸੁੱਤੇ। ਕਹਿਣ ਲੱਗੇ ਤੁਸੀਂ ਬਾਦਸ਼ਾਹ ਨਹੀਂ, ਤੁਸੀਂ ਰਾਜੇ ਨਹੀਂ, ਤੁਸੀਂ ਕੁੱਤੇ ਹੋ, ਤੁਸੀਂ ਬਘਿਆੜ ਹੋ। ਰਾਜੇ ਦਾ ਕੰਮ ਲੋਕਾਂ ਦਾ ਲਹੂ ਪੀਣਾ ਨਹੀਂ, ਲੋਕਾਂ ਨੂੰ ਲੁੱਟਣਾ ਨਹੀਂ, ਲੋਕਾਂ ਦੇ ਨਾਲ ਠੱਗੀ ਕਰਨਾ ਨਹੀਂ, ਬਲਕਿ ਲੋਕਾਂ ਦਾ ਢਿੱਡ ਭਰਨਾ ਹੈ। ਜੇ ਕੋਈ ਨਿਆਂ ਲੈਣ ਵਾਸਤੇ ਆਉਂਦਾ ਹੈ ਨਾ, ਉਸ ਨੂੰ ਨਿਆਂ ਦੇਣਾ ਹੈ। ਇਹ ਨਹੀਂ ਦਰਬਾਰ ਦੇ ਵਿੱਚ, ਭਰੇ ਦਰਬਾਰ ਦੇ ਵਿੱਚ ਤੂੰ ਸਾਰਿਆਂ ਦੀ ਬੇਇੱਜ਼ਤੀ ਕਰ ਦਵੇਂ। ਇਹ ਤਾਂ ਹੋ ਗਈ ਰਾਜੇ ਦੀ ਗੱਲ।
ਅਸੀਂ ਗੁਰਬਾਣੀ ਦੇ ਵਿੱਚੋਂ ਸ਼ਬਦ ਸਾਧ ਸੰਗਤ ਜੀ ਸਰਵਣ ਕਰਦੇ ਹਾਂ। ਕਾਜੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਹੁਣ ਇੱਥੇ ਗੱਲ ਆਈ ਹੈ, ਕਾਜੀ ਦੀ ਗੱਲ ਕੀਤੀ ਮੇਰੇ ਸਾਹਿਬ ਜੀਆਂ ਨੇ ਪਹਿਲਾਂ। ਕਾਜੀ ਉਹ ਮੌਲਵੀ ਕਾਜ਼ੀ ਜਿਸ ਦੇ ਹੱਥ ਦੇ ਵਿੱਚ ਸੱਚ ਦੀ ਤਕੜੀ ਹੈ। ਜੇ ਇਸਲਾਮ ਮਤ ਦੀ ਗੱਲ ਕਰਨ ਲੱਗੇ ਨੇ, ਕਿਉਂਕਿ 3 ਆਗੂ ਮੁੱਖ ਸਨ, ਇੱਕ ਜੋਗੀ ਜੋਗ ਮਤ, ਇੱਕ ਹਿੰਦੂ ਮਤ ਸਾਧ ਸੰਗਤ, ਇੱਕ ਇਸਲਾਮ ਮਤ। ਇਹ ਤਿੰਨੇ ਆਪਣੇ ਆਪ ਨੂੰ ਬੜੇ ਵੱਡੇ ਧਰਮੀ ਆਗੂ ਅਖਵਾਉਂਦੇ ਸਨ ਕਿ ਅਸੀਂ ਬੜੇ ਧਰਮੀ ਆ ਜੀ। ਤੇ ਪਹਿਲੇ ਧਰਮ ਦੀ ਗੱਲ ਮੇਰੇ ਸਾਹਿਬ ਜੀ ਨੇ ਮੂੰਹ ਦੇ ਉੱਪਰ ਸਿੱਧਾ ਜਿਹੜਾ ਜਵਾਬ ਦਿੱਤਾ ਹੈ। ਪਹਿਲੇ ਧਰਮ ਦੀ ਗੱਲ, ਨਿਆਂ ਦੀ ਗੱਲ ਕੀਤੀ। ਕਾਜੀ ਕੂੜ ਬੋਲ ਮਲ ਖਾਏ, ਕਹਿਣ ਲੱਗੇ ਤੂੰ ਕਿਹੜਾ ਕਾਜ਼ੀ ਹੈ ਜਿਹੜਾ ਸੱਚ ਦੀ ਤਕੜੀ ਦੇ ਵਿੱਚ ਝੂਠ ਨੂੰ ਪਾ ਪਾ ਕੇ ਪ੍ਰਜਾ ਦੇ ਵਿੱਚ ਤੋਲੀ ਜਾ ਰਿਹਾ? ਤੂੰ ਕਾਜ਼ੀ ਕਿਹੜੇ ਬੰਨਿਓ ਹੈ? ਇੱਥੋਂ ਤੱਕ ਸਾਹਿਬ ਜੀਆਂ ਨੇ ਆਖ ਦਿੱਤਾ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਇਹ ਉਦੋਂ ਵੀ ਚੱਲਦਾ ਹੈ ਸਾਧ ਸੰਗਤ ਜੀ, ਅੱਜ ਵੀ ਚੱਲਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਹਾਲਾਤ ਨੇ। ਇਹ ਸਾਹਿਬ ਜੀਆਂ ਨੇ ਸਿੱਧੇ ਸ਼ਬਦ ਸਾਡੇ ਸਾਹਮਣੇ ਰੱਖੇ ਨੇ। ਭਾਵੇਂ ਕੋਈ ਨੂੰ ਸਾਧ ਸੰਗਤ ਜੀ ਮਨ ਦੇ ਵਿੱਚ ਗੁੱਸਾ ਆਵੇ, ਮਾਫੀ ਚਾਹੁੰਦੇ ਆ, ਪਰ ਸੱਚਾਈ ਜਿਹੜੀ ਥੋੜ੍ਹੀ ਜਿਹੀ ਕੌੜੀ ਹੁੰਦੀ ਹੈ। ਪਰ ਸੱਚ ਜਿਹੜਾ ਹੈ ਨਾ, ਇਹ ਮਨ ਨੂੰ ਜੇ ਕਿਤੇ ਲੱਗ ਜਾਵੇ ਤਾਂ ਸੋਝੀ ਆ ਜਾਂਦੀ ਹੈ। ਤੇ ਸਾਹਿਬ ਜੀਆਂ ਨੇ ਸਿੱਧੇ ਸਾਹਮਣੇ ਸਾਡੇ ਰੱਖਿਆ ਕਿ ਕਾਜੀ ਰਿਸ਼ਵਤ ਲੈ ਕੇ ਕੰਮ ਕਰਦੇ ਸਨ। ਵੱਡੀ ਲੈ ਕੇ, ਵੱਡੀ ਲੈ ਲਈ, ਵੱਡੀ ਲੈ ਕੇ ਵੀ ਸਾਧ ਸੰਗਤ ਜੀ ਹੱਕ ਗਵਾਏ ਕਿ ਪ੍ਰਜਾ ਦਾ ਕੰਮ ਨਾ ਕਰਨਾ। ਅੱਜ ਜਿਵੇਂ ਦੁਨੀਆ ਦੇ ਵਿੱਚ ਦੇਖਦੇ ਹਾਂ ਸਾਧ ਸੰਗਤ ਜੀ, ਸਾਰਿਆਂ ਦੀ ਗੱਲ ਨਹੀਂ, ਚਲੋ ਕੁਝ ਅਜਿਹੇ ਭੁੱਖੇ ਹੁੰਦੇ ਨੇ ਜਿਨ੍ਹਾਂ ਦਾ ਤਨਖਾਹ ਲੈ ਕੇ ਵੀ ਢਿੱਡ ਨਹੀਂ ਭਰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਅੱਜ ਵੀ ਵੱਡੀਆਂ ਲੈ ਕੇ ਕੰਮ ਫਿਰ ਵੀ ਨਹੀਂ ਕਰਦੇ। ਉਹ ਦੇਸ਼ ਤਰੱਕੀ ਕਰੇ ਤੇ ਕਰੇ ਕਿਵੇਂ, ਜਿਸ ਦਾ ਢਿੱਡ ਆਪਦਾ ਅੱਗੇ ਰੱਖਿਆ ਹੋਇਆ ਹੈ। ਤੇ ਉਹ ਦੂਸਰੇ ਦਾ ਕੀ ਢਿੱਡ ਭਰ ਸਕਦਾ ਹੈ? ਦੂਸਰੇ ਦਾ, ਜਿਸ ਨੂੰ ਆਪਦਾ ਪਰਿਵਾਰ ਪਿਆਰਾ ਹੈ, ਉਹ ਦੂਸਰੇ ਦੀ ਕਿਵੇਂ ਸੋਚੇਗਾ ਨਾ। ਇਸੇ ਕਰਕੇ ਮੇਰੇ ਸਾਹਿਬ ਦੀ ਵਡਿਆਈ ਵੱਡੀ ਹੈ। ਜੇ ਮੇਰੇ ਦਸਮ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਇੱਦਾਂ ਕਰਨਾ ਹੁੰਦਾ ਨਾ, ਉਹਨਾਂ ਨੇ ਆਪਣੇ ਪੁੱਤ ਨਹੀਂ ਸੀ ਵਾਰਨੇ, ਉਹਨਾਂ ਨੇ ਆਪਣਾ ਪਰਿਵਾਰ ਅੱਗੇ ਲਾ ਕੇ ਦੁਨੀਆ ਨਾ ਆਖੇ ਕਿ ਗੋਬਿੰਦ ਸਿੰਘ ਨੇ ਆਪਣਾ ਪਰਿਵਾਰ ਬਚਾਉਣ ਦੀ ਖਾਤਰ ਦੂਜਿਆਂ ਦੇ ਪੁੱਤਾਂ ਨੂੰ ਮਰਵਾ ਦਿੱਤਾ। ਇੱਦਾਂ ਨਹੀਂ। ਇੱਥੋਂ ਤੱਕ ਕਿ ਗੁਰਬਾਣੀ ਦੇ ਵਿੱਚ ਸਾਹਿਬ ਜੀਆਂ ਨੇ ਆਪਣੇ ਆਪ ਨੂੰ ਸਭ ਕੁਝ ਆਖ ਲਿਆ, ਪਰ ਦੂਜਿਆਂ ਨੂੰ ਸਾਰਿਆਂ ਨੂੰ ਜਿਹੜੇ ਦ੍ਰਿਸ਼ਟਾਂਤ ਦਿੱਤੇ ਨੇ, ਸਾਰਿਆਂ ਨੂੰ ਗੁਰਬਾਣੀ ਦੇ ਵਿੱਚ ਉਦਾਹਰਣ ਦੇ ਕੇ ਜੀਵਨ ਦੀ ਸਾਡੇ ਸਾਹਮਣੇ ਉਦਾਹਰਨਾਂ ਰੱਖੀਆਂ ਨੇ। ਤੇ ਇਹ ਕਾਜ਼ੀ ਕੀ ਕਰਦੇ ਨੇ? ਰਿਸ਼ਵਤਾਂ ਲੈ ਕੇ, ਵੱਡੀਆਂ ਲੈ ਕੇ ਹੱਕ ਗਵਾਈ ਜਾ ਰਹੇ ਨੇ। ਆਪਣਾ ਦੀਨ ਧਰਮ, ਆਪਣਾ ਸਾਰਾ ਜਿਹੜਾ ਮਜ਼ਹਬ ਇਹਨਾਂ ਨੇ ਵੇਚ ਦਿੱਤਾ। ਕੰਮ ਕਿਸੇ ਦਾ ਕੋਈ ਨਹੀਂ ਕਰਦੇ। ਇਸ ਕਰਕੇ ਸਾਹਿਬ ਜੀਆਂ ਨੇ ਆਖਿਆ ਕਾਜੀ ਕੂੜ, ਕਹਿਣ ਲੱਗੇ ਕੂੜ ਖਾਂਦਾ ਹੈ, ਮੈਲ ਖਾਂਦਾ ਹੈ। ਕਾਜੀ ਕੂੜ ਬੋਲ ਮਲ ਖਾਏ, ਕਹਿਣ ਲੱਗੇ ਝੂਠ ਬੋਲ ਕੇ ਇਹ ਮੈਲ ਖਾਈ ਜਾ ਰਿਹਾ ਹੈ। ਫਿਰ ਗੱਲ ਕੀਤੀ ਸਾਹਿਬ ਜੀਆਂ ਨੇ ਬ੍ਰਾਹਮਣ ਨਾਵੇ ਜੀਆਂ ਕਾਏ। ਹੁਣ ਇੱਕ ਬੰਨੇ ਬ੍ਰਾਹਮਣ ਦੀ ਗੱਲ ਆ ਗਈ, ਜਿਹੜਾ ਆਪਣੇ ਆਪ ਨੂੰ ਬੜਾ ਹੀ ਉੱਚਾ ਤੇ ਸੁੱਚਾ ਮੰਨ ਕੇ ਬੈਠਾ ਹੈ। ਕਹਿਣ ਲੱਗਾ ਤੀਰਥਾਂ ਦੇ ਉੱਪਰ ਮੈਂ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਕਰ ਲੈਂਦਾ ਹਾਂ। ਪਰ ਸਾਹਿਬ ਜੀ ਆਖਣ ਲੱਗੇ ਤੇਰਾ ਜੀਵਨ ਕਿੰਨਾ ਕੁ ਪਵਿੱਤਰ ਹੈ। ਇਹ ਬ੍ਰਾਹਮਣ ਕੀ ਕਰਦਾ ਹੈ? ਮੰਦਰ ਦੇ ਵਿੱਚ ਕਿਸੇ ਨੂੰ ਇਹ ਨਹੀਂ ਵੰਡਣ ਦਿੰਦਾ। ਵੇਦ ਸ਼ਾਸਤਰ, ਕੋਈ ਵੀ ਧਾਰਮਿਕ ਇਕੱਤਰਤਾ ਹੈ ਨਾ, ਉਸ ਦੇ ਵਿੱਚ ਬੈਠਣ ਦਾ ਕਿਸੇ ਸ਼ੂਦਰ ਨੂੰ ਅਧਿਕਾਰ ਨਹੀਂ। ਇਹ ਕਹਿੰਦਾ ਬ੍ਰਾਹਮਣ ਹੀ ਇਕੱਲਾ ਬੈਠ ਸਕਦਾ, ਦੂਜਾ ਕੋਈ ਮੇਰੇ ਨੇੜੇ ਤੇੜੇ ਨਾ ਦੇਖੇ। ਜੇ ਕੋਈ ਦਿਖ ਗਿਆ ਸਾਧ ਸੰਗਤ ਜੀ ਨੇੜੇ ਤੇੜੇ, ਪਰਛਾਵਾਂ ਵੀ ਪੈ ਗਿਆ, ਜਾਂ ਕਿਸੇ ਦਾ ਮੋਢਾ ਵੀ ਨਾਲ ਲੱਗ ਗਿਆ, ਛੂਹ ਵੀ ਹੋ ਗਿਆ, ਤਾਂ ਇਹ ਆਖਦਾ ਸੀ ਮੇਰਾ ਅੱਜ ਦਾ ਦਿਨ ਭਟਿਆ ਗਿਆ, ਮੇਰਾ ਜੀਵਨ ਭਟਿਆ ਗਿਆ। ਤੇ ਸਾਹਿਬ ਜੀ ਆਖਣ ਲੱਗੇ ਕਿ ਭਾਈ ਬ੍ਰਾਹਮਣ ਨਾਵੇ ਜੀਆਂ ਕਾਏ। ਇਹ ਕੱਲੀ ਬਾਹਰਲੀ ਸੁੰਦਰਤਾ ਨੂੰ ਕੀ ਕਰਨਾ, ਅੰਦਰ ਤਾਂ ਤੇਰੇ ਕੂੜ ਦੀ ਮੈਲ ਭਰੀ ਹੋਈ ਹੈ। ਲੋਕਾਂ ਦੇ ਨਾਲ ਤੂੰ ਸ਼ੂਦਰਾ ਜਾਤ ਪਾਤ ਦਾ ਭੇਦਭਾਵ ਕਰੀ ਜਾ ਰਿਹਾ ਹੈ। ਬਰਾਬਰਤਾ ਦਾ ਹੱਕ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਦਿੱਤਾ ਹੈ। ਅਸੀਂ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ, ਜਦੋਂ ਸ਼੍ਰੀ ਰਾਗ ਦੀ ਆਰੰਭਤਾ ਹੁੰਦੀ ਹੈ ਨਾ, 115 ਅੰਗ ਦੇ ਉੱਪਰ ਸਾਧ ਸੰਗਤ ਜੀ ਅਸੀਂ ਸਰਵਣ ਕਰਦੇ ਹਾਂ। ਸ਼੍ਰੀ ਰਾਗ 15 ਅੰਗ ਦੇ ਉੱਪਰ
15 ਅੰਗ ਦੇ ਉੱਪਰ ਅਸੀਂ ਉਹ ਪ੍ਰਮਾਣ ਸਰਵਣ ਕਰਦੇ ਹਾਂ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਨ ਕੈ ਸੰਗ ਸਾਥ, ਵੱਡਿਆਂ ਸਿਉ ਕੈ ਰੀਸ। ਇਸ 15 ਅੰਗ ਦੇ ਉੱਪਰੋਂ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਨੇ ਬਰਾਬਰਤਾ ਦਾ ਨਾਅਰਾ ਜਿਹੜਾ ਦੁਨੀਆ ਦੇ ਵਿੱਚ ਆਣ ਕੇ ਮਾਰਿਆ, ਤੇ ਬ੍ਰਾਹਮਣ ਤਾਂ ਜਾਤਾਂ ਪਾਤਾਂ ਦੇ ਵਿੱਚ ਸਾਧ ਸੰਗਤ ਜੀ ਫਸਾ ਕੇ ਦੁਨੀਆ ਨੂੰ ਖਾਈ ਜਾ ਰਿਹਾ ਸੀ ਲੁੱਟ ਲੁੱਟ ਕੇ। ਉਸ ਦਾ ਧੰਦਾ ਚੱਲਦਾ ਹੀ ਅੱਜ ਵੀ ਚੱਲਦਾ ਹੈ। ਅੱਜ ਵੀ ਸਾਡੇ ਕਈ ਸਾਧ ਸੰਗਤ ਜੀ ਲੋਕ ਨੇ ਜਿਹੜੇ ਹੱਥ ਜਾ ਕੇ ਦਿਖਾਉਂਦੇ ਨੇ, ਮੂਰਤਾਂ ਤਿੱਥਾਂ ਕਢਾਉਂਦੇ ਨੇ, ਪਤਾ ਨਹੀਂ ਕੀ ਕੀ ਕਰਦੇ ਨੇ, ਪਰ ਅਸਲ ਦੇ ਵਿੱਚ ਗਿਆਨ ਵਾਲੀ ਗੱਲ ਇਸ ਦੇ ਵਿੱਚ ਕੋਈ ਨਹੀਂ। ਸਾਹਿਬ ਜੀਆਂ ਨੇ ਇਹ ਆਖਿਆ ਕਿ ਭਾਈ ਸਭ ਕੁਝ ਉਸ ਅਕਾਲ ਪੁਰਖ ਕਰਤੇ ਦੇ ਹੱਥ ਦੇ ਵਿੱਚ ਹੈ। ਬ੍ਰਾਹਮਣ ਨਹਾਵੇ ਜੀਆਂ ਕਾ ਇਕੱਲਾ ਹੈ, ਬ੍ਰਾਹਮਣ ਨਹਾਉਣ ਦੇ ਨਾਲ ਜਿਹੜੀ ਹੈ ਗੱਲ ਨਹੀਂ ਬਣਨੀ। ਪਹਿਲਾਂ ਅੰਦਰ ਨੂੰ ਸੁਧਾਰ, ਤੂੰ ਕੀ ਕਰਦਾ ਪਿਆ ਹੈ। ਇੱਥੇ ਬ੍ਰਾਹਮਣ ਦਾ ਖੰਡਨ ਕੀਤਾ, ਫਿਰ ਕਹਿਣ ਲੱਗੇ ਜੋਗੀ ਜੁਗਤ ਨਾ ਜਾਣਿਆ, ਤਾਂ ਹੁਣ ਕਹਿਣ ਲੱਗੇ ਜੋਗੀਆਂ ਦੀ ਗੱਲ ਆ ਗਈ। ਜੋਗੀ ਜਿਹੜੇ ਸਿੱਧ ਸਨ ਸਾਧ ਸੰਗਤ ਜੀ, ਜੰਗਲਾਂ ਦੇ ਵਿੱਚ ਬੈਠੇ ਸਨ, ਪਰਬਤਾਂ ਦੇ ਵਿੱਚ ਬੈਠੇ ਸਨ, ਇਹ ਵੀ ਆਪਣੇ ਆਪ ਨੂੰ ਬੜੇ ਹੀ ਮਹਾਨ ਖਵਾਉਂਦੇ ਸਨ ਕਿ ਅਸੀਂ ਬੜੀ ਰੱਬ ਦੀ ਬੰਦਗੀ ਕਰਨ ਵਾਲੇ ਆ। ਤੇ ਫਿਰ ਸਾਹਿਬ ਜੀਆਂ ਨੇ ਆਖਿਆ ਜੇ ਤੁਸੀਂ ਬੰਦਗੀ ਕਰਨ ਵਾਲੇ ਹੋ, ਫਿਰ ਰੱਬ ਅਜੇ ਤੱਕ ਹਾਸਲ ਕਿਉਂ ਨਹੀਂ ਹੋਇਆ। ਆਪਣੇ ਪਰਿਵਾਰ ਨੂੰ ਘਰਾਂ ਦੇ ਵਿੱਚ ਛੱਡ ਕੇ ਜੰਗਲਾਂ ਦੇ ਵਿੱਚ ਬੈਠ ਗਏ। ਜੰਤਰਾਂ ਮੰਤਰਾਂ ਤੰਤਰਾਂ ਰਿੱਧੀਆਂ ਸਿੱਧੀਆਂ ਦੇ ਵਿੱਚ ਇਹ ਸਾਰੇ ਫਸ ਚੁੱਕੇ ਸਨ, ਕਿਉਂਕਿ ਸਾਧ ਸੰਗਤ ਜੀ ਰੱਬ ਦੇ ਨਾਮ ਤੋਂ ਬਿਨਾਂ ਅਸੀਂ ਗਾਥਾ ਬਾਣੀ ਦੇ ਵਿੱਚ ਸਰਵਣ ਕਰਦੇ ਹਾਂ ਗੁਰੂ ਸਾਹਿਬ ਜੀ ਦਾ ਫਰਮਾਨ ਕਿ ਭਾਈ ਕਿੱਡਾ ਵੀ ਕੋਈ ਸਿੱਧ ਕਿਉਂ ਨਾ ਬਣ ਜਾਵੇ, ਭਾਵੇਂ ਉਸ ਦੇ ਕੋਲ 9 ਨਿੱਧੀਆਂ ਤੇ 18 ਸਿੱਧੀਆਂ ਆ ਜਾਣ, ਜੇ ਰੱਬ ਦੀ ਬੰਦਗੀ ਨਹੀਂ, ਰੱਬ ਦਾ ਨਾਮ ਨਹੀਂ, ਕੁਝ ਵੀ ਉਸ ਨੂੰ ਹਾਸਲ ਨਹੀਂ ਹੋਵੇਗਾ। ਇਹ ਸਭ ਕੁਝ ਫੇਲ ਹੈ, ਕਿਉਂਕਿ ਰੱਬ ਦਾ ਨਾਮ, ਜਿਹੜੀ ਰੱਬ ਦੀ ਬੰਦਗੀ ਹੈ ਨਾ, ਉਹ ਮਨੁੱਖ ਦੇ ਮਨ ਨੂੰ ਕੰਟਰੋਲ ਦੇ ਵਿੱਚ ਰੱਖਦੀ ਹੈ, ਪੰਜਾਂ ਤੋਂ ਮੁਕਤ ਕਰਦੀ ਹੈ। ਇਸ ਪ੍ਰਕਾਰ ਇਹ ਜੋਗੀ ਜੁਗਤ ਨਾ ਜਾਣੇ ਅੰਧ, ਅਸਲੀ ਜੁਗਤ ਨੂੰ ਭੁਲਾਈ ਬੈਠਾ ਹੈ ਕਿ ਪਰਮੇਸ਼ਰ ਨੂੰ ਪਾਉਣ ਦੀ ਅਸਲੀ ਜੁਗਤ ਕਿਹੜੀ ਹੈ। ਇਹ ਆਖਦਾ ਹੈ ਕਿ ਯੋਗਾ ਕਰਨ ਦੇ ਨਾਲ ਰੱਬ ਮਿਲ ਜਾਂਦਾ ਹੈ। ਨਹੀਂ ਸਾਧ ਸੰਗਤ, ਯੋਗਾ ਕਰਨ ਦੇ ਨਾਲ ਰੱਬ ਨਹੀਂ ਮਿਲਦਾ, ਬਲਕਿ ਸਰੀਰ ਦੀ ਤੰਦਰੁਸਤੀ ਵਾਸਤੇ ਯੋਗਾ ਕਰਨਾ ਬੜੀ ਉੱਤਮ ਗੱਲ ਹੈ। ਪਰ ਜੇ ਇਸ ਦਾ ਮਤਲਬ ਅਸੀਂ ਰੱਬ ਦੇ ਨਾਲ ਜੋੜ ਦਈਏ ਕਿ ਰੱਬ ਦਾ ਸਿਮਰਨ ਨਾ ਕਰੀਏ, ਰੱਬ ਦੀ ਬੰਦਗੀ ਨਾ ਕਰੀਏ, ਯੋਗ ਮਤ ਕਰਕੇ ਇਕੱਲਾ ਹੀ ਜਿਹੜਾ ਹੈ ਰੱਬ ਮਿਲ ਜਾਵੇ, ਤਾਂ ਫਿਰ ਸਾਧ ਸੰਗਤ ਜੀ ਜਿਹੜੀਆਂ ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਇੰਨੀਆਂ ਸ਼ਹੀਦੀਆਂ ਹੋਈਆਂ ਨੇ, ਉਹ ਨਹੀਂ ਸੀ ਹੋਣੀਆਂ। ਉਹਨਾਂ ਦੇ ਰੱਤਾ ਰੱਤਾ ਦੇ ਵਿੱਚ ਸਰੀਰ ਦੇ ਅੰਦਰ ਰੱਬ ਦਾ ਸਿਮਰਨ ਸੀ, ਬਾਣੀ ਸੀ, ਤਾਂ ਜਾ ਕੇ ਸਾਧ ਸੰਗਤ ਜੀ ਉਹਨਾਂ ਨੇ ਸਿੱਖੀ ਜਿਹੜੀ ਸਦਕਾ ਦੇ ਨਾਲ ਨਿਭਾਈ ਹੈ। ਪਰ ਇਹ ਜੋਗੀ ਕਹਿੰਦਾ ਹੈ ਕਿ ਯੋਗ ਮਤ ਕਰਨ ਦੇ ਨਾਲ ਰੱਬ ਮਿਲ ਜਾਂਦਾ ਹੈ। ਜੰਤਰਾਂ ਮੰਤਰਾਂ ਤੰਤਰਾਂ ਦੇ ਵਿੱਚ, ਜਾਦੂ ਦੇ ਵਿੱਚ ਫਸਿਆ ਹੋਇਆ ਹੈ। ਜਦੋਂ ਸਾਹਿਬ ਜੀ ਗਏ ਨਾ, ਇਹਨਾਂ ਦੇ ਨਾਲ ਵਿਚਾਰ ਹੋਈ ਹੈ। ਸਾਹਿਬ ਜੀਆਂ ਨੇ ਇਹੀ ਗੱਲ ਇਹਨਾਂ ਨੂੰ ਸਮਝਾਈ। ਕੋਈ 300 ਸਾਲ ਕਿਸੇ ਦੀ ਉਮਰ ਵਧੀ ਹੋਈ ਹੈ, ਕੋਈ ਆਪਣੇ ਆਪ ਨੂੰ ਹਵਾ ਦੇ ਵਿੱਚ ਉਡਾ ਰਿਹਾ ਹੈ, ਕੋਈ ਆਪਣਾ ਕੱਦ ਵੱਡਾ ਕਰਦਾ ਹੈ, ਕੋਈ ਛੋਟਾ ਕਰਦਾ ਹੈ। ਇਸ ਪ੍ਰਕਾਰ ਬੜਾ ਡਰਾਮੇ ਕਰਦੇ ਨੇ। ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਸਮਝਾਇਆ ਕਿ ਭਾਈ ਇਹ ਡਰਾਮੇ ਹੁਣ ਨਹੀਂ ਚੱਲਣੇ, ਕਿਉਂਕਿ ਰੱਬ ਦਾ ਗਿਆਨ, ਰੱਬ ਦਾ ਸ਼ਬਦ ਵੱਡਾ। ਇਹਨਾਂ ਨੂੰ ਆਖਿਆ ਕਿ ਭਾਈ ਅਸਲੀ ਜੁਗਤ ਇਹ ਨਹੀਂ, ਤੁਹਾਨੂੰ ਵੀ ਜੁਗਤ ਨਹੀਂ ਅਸਲੀ। ਜੋਗੀ ਅਸਲੀ ਉਹ ਹੈ ਜਿਹੜਾ ਜੁਗਤ ਨੂੰ ਪਛਾਣ ਲਵੇ। ਤੀਨੇ ਉਜਾੜੇ ਕਾ ਬੰਦ। ਫਿਰ ਸਾਹਿਬ ਜੀਆਂ ਨੇ ਬਚਨ ਉਚਾਰਨ ਕੀਤਾ ਕਿ ਇਹਨਾਂ ਤਿੰਨਾਂ ਨੇ, ਧਾਰਮਿਕ ਆਗੂਆਂ ਨੇ ਨਾ, ਸਾਰੇ ਸੰਸਾਰ ਦਾ ਬੇੜਾ ਭਾ ਦਿੱਤਾ। ਇਹਨਾਂ ਤਿੰਨਾਂ ਆਗੂਆਂ ਨੇ ਪਾਰ ਕਿਨਾਰੇ ਤਾਂ ਕੀ ਲਾਉਣਾ ਸੀ, ਆਪਸ ਦੇ ਵਿੱਚ ਇਹ ਲੜਦੇ ਰਹੇ, ਝਗੜਦੇ ਰਹੇ। ਧਰਤੀ ਕੋ ਜਿਹੜਾ ਇਹ ਪਾਪਾਂ ਦਾ ਭਾਰ ਸਹਿ ਨਾ ਹੋਇਆ। ਧਰਤੀ ਜਿਹੜੀ ਪਾਪਾਂ ਦੇ ਨਾਲ ਰੋ ਕੁਰਲਾ ਉੱਠੀ, ਉਸ ਨੇ ਵੀ ਪੁਕਾਰਾ ਕੀਤੀਆਂ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ। ਪੁੱਛਿਆ ਫਿਰ ਅਕਾਲ ਪੁਰਖ ਨੇ, ਤੂੰ ਰੋਨੀ ਕਿਉਂ ਹੈ? ਤੇਰੇ ਉੱਪਰ ਭਾਰ ਕਿਸ ਚੀਜ਼ ਦਾ ਹੈ? ਕਿਹੜੇ ਭਾਰਾਂ ਦੀ ਗੱਲ ਕਰਦੀ ਹੈ? ਪਰਬਤਾਂ ਦਾ ਭਾਰ ਹੈ, ਪਹਾੜਾਂ ਦਾ ਭਾਰ ਹੈ, ਕਿਸ ਦਾ ਭਾਰ ਹੈ? ਧਰਤੀ ਨੇ ਆਖਿਆ, ਨਾ ਮੈਂ ਪਹਾੜਾਂ ਦੇ ਭਾਰ ਤੋਂ ਡਰਦੀ ਹਾਂ, ਨਾ ਹੀ ਮੇਰੇ ਉੱਪਰ ਪਰਬਤਾਂ ਦਾ ਭਾਰ ਹੈ, ਮੇਰੇ ਉੱਪਰ ਪਾਪਾਂ ਦਾ ਭਾਰ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਪਾਪਾਂ ਦਾ ਭਾਰ ਮੇਰੇ ਤੋਂ ਹੁਣ ਜਿਹੜਾ ਝੱਲਿਆ ਨਹੀਂ ਜਾਂਦਾ। ਇਹ ਪਾਪਾਂ ਦੇ ਭਾਰ ਤੋਂ ਮੈਨੂੰ ਹੁਣ ਮੁਕਤ ਕਰੋ,
ਕੋਈ ਇਹੋ ਜਿਹਾ ਸਾਧ, ਇਹੋ ਜਿਹਾ ਸੰਤ, ਇਹੋ ਜਿਹਾ ਮਹਾਂਪੁਰਸ਼ ਧਰਤੀ ਦੇ ਉੱਪਰ ਆਵੇ ਕਿ ਮੈਂ ਪਾਪਾਂ ਤੋਂ ਮੁਕਤ ਹੋ ਸਕਾਂ। ਰੋ ਰੋ ਕੇ ਪੁਕਾਰਾਂ ਜਿਹੜੀਆਂ ਧਰਤੀ ਨੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕੀਤੀਆਂ। ਜਿੱਥੇ ਸਾਧ ਸੰਗਤ ਜੀ ਗਿਆਨ ਦਾ ਹਨੇਰਾ ਫੈਲ ਗਿਆ, ਗਿਆਨ ਰੂਪੀ ਚੰਦਰਮਾ ਕਿਤੇ ਨਾ ਨਜ਼ਰ ਆਇਆ, ਫਿਰ ਭਾਈ ਗੁਰਦਾਸ ਜੀ ਨੇ ਪੌੜੀ ਉਚਾਰਨ ਕੀਤੀ, ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਚਰਨ ਧੋਏ ਰਹਿ ਰਾਸ ਕਾਰ, ਚਰਨਾ ਅੰਮ੍ਰਿਤ ਸਿੱਖਾਂ ਬੁਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ, ਕਲਯੁਗ ਅੰਦਰ ਇੱਕ ਦਿਖਾਇਆ। ਸਾਰਿਆਂ ਨੂੰ ਇੱਕ ਕੀਤਾ ਜੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਦੁਨੀਆ ਦੇ ਵਿੱਚ ਆਉਣ ਦਾ ਕਾਰਨ ਇਹ ਹੈ ਕਿਉਂਕਿ ਸਮਾਜਿਕ, ਧਾਰਮਿਕ, ਆਰਥਿਕ, ਸਾਧ ਸੰਗਤ ਜੀ, ਰਾਜਨੀਤਿਕ, ਇਹ ਸਾਰੇ ਹੀ ਹਾਲਾਤ ਵਿਗੜ ਚੁੱਕੇ ਸਨ। ਮੇਰੇ ਸਾਹਿਬ ਜੀਆਂ ਨੇ ਫਿਰ 1400 ਸਾਧ ਸੰਗਤ ਜੀ 69 ਈਸਵੀ ਨੂੰ ਜਿਹੜਾ ਜਨਮ ਧਾਰਿਆ ਹੈ ਰਾਏ ਭੋਏ ਦੀ ਤਲਵੰਡੀ ਵਿਖੇ। ਇੱਥੇ ਸਾਧ ਸੰਗਤ ਜੀ ਕੁਝ ਹੋਰ ਵੀ ਅਰਦਾਸਾਂ ਨੇ, ਕੁਝ ਹੋਰ ਵੀ ਪੁਕਾਰਾਂ ਨੇ। ਉਹ ਆਪਾਂ ਪਿਤਾ ਮਹਿਤਾ ਕਾਲੂ ਜੀ ਦੇ ਘਰ ਸਾਧ ਸੰਗਤ ਜੀ, ਮਾਤਾ ਤ੍ਰਿਪਤਾ ਜੀ, ਬੇਬੇ ਨਾਨਕੀ ਜੀ ਦੀਆਂ ਵੀ ਅਰਦਾਸਾਂ ਨੇ। ਵਿਦਵਾਨ ਸੱਜਣ ਲਿਖਦੇ ਨੇ ਕਿਉਂਕਿ ਹਰ ਇੱਕ ਨੂੰ ਸਾਧ ਸੰਗਤ ਜੀ ਪੁੱਤਰ ਦੀ ਚਾਹਨਾ ਹੁੰਦੀ ਹੈ ਕਿ ਸਾਡੇ ਘਰ ਪੁੱਤਰ ਜ਼ਰੂਰ ਹੋਵੇ ਜੋ ਅੱਗੇ ਵੰਸ਼ ਨੂੰ ਚਲਾਵੇ। ਹਰ ਇੱਕ ਦੀ ਅਰਦਾਸ ਹੁੰਦੀ ਹੈ। ਤੇ ਇੱਥੇ ਵੀ ਸਾਧ ਸੰਗਤ ਜੀ, ਬੇਬੇ ਨਾਨਕੀ ਜੀ ਵੀ ਅਰਦਾਸਾਂ ਕਰਦੇ ਨੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕਿ ਮੇਰੇ ਘਰ ਵੀ ਇੱਕ ਮੇਰੇ ਨਾਲ ਖੇਡਣ ਵਾਲਾ ਵੀਰ ਹੋਵੇ। ਇੱਕ ਦਿਨ ਸਾਧ ਸੰਗਤ ਜੀ ਕਹਾਣੀ ਜਿਹੜੀ ਹੈ ਵਰਤਦੀ ਹੈ, ਸਾਖੀ ਹੈ। ਬੇਬੇ ਨਾਨਕੀ ਜੀ ਆਪਣੀਆਂ ਸਹੇਲੀਆਂ ਦੇ ਨਾਲ ਖੇਡਣ ਵਾਸਤੇ ਜਾਂਦੇ ਨੇ। ਉਹ ਸਾਰੀਆਂ ਸਹੇਲੀਆਂ ਜਿਹੜੀਆਂ ਨੇ ਆਪਣੇ ਵੀਰਾਂ ਦੇ ਨਾਲ ਖੇਡਦੀਆਂ ਪਈਆਂ ਨੇ। ਖੇਡਦਿਆਂ ਖੇਡਦਿਆਂ ਕੁਝ ਝਗੜਾ ਜਾ ਹੋ ਗਿਆ। ਉਹ ਸਾਰੀਆਂ ਆਪਣੇ ਵੀਰਾਂ ਨੂੰ ਘਰਾਂ ਦੇ ਵਿੱਚ ਲੈ ਕੇ ਚਲੇ ਗਈਆਂ ਤੇ ਜਾਂਦੀਆਂ ਜਾਂਦੀਆਂ ਇੱਕ ਗੱਲ ਕਹਿ ਗਈਆਂ ਕਿ ਜਾ ਤੂੰ ਵੀ ਆਪਣੇ ਵੀਰ ਦੇ ਨਾਲ ਖੇਡ, ਆਪਣਾ ਵੀਰ ਲੈ ਕੇ ਆਈ, ਕੱਲ੍ਹ ਨੂੰ ਤਾਂ ਖੇਡਾਂਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹੀ ਗੱਲ ਮਾਤਾ ਤ੍ਰਿਪਤਾ ਜੀ ਦੇ ਕੋਲ ਆਣ ਕੇ ਦੱਸੀ ਕਿ ਮਾਂ ਮੈਨੂੰ ਵੀ ਵੀਰ ਚਾਹੀਦਾ ਹੈ। ਮਾਂ ਨੇ ਆਪਣੀ ਧੀ ਨੂੰ ਜਿਹੜਾ ਧਰਵਾਸਾ ਦਿੱਤਾ ਹੈ, ਹੌਸਲਾ ਦਿੱਤਾ ਕਿ ਜੇ ਤੂੰ ਵਾਕਿਆ ਹੀ ਵੀਰ ਨੂੰ ਚਾਹੁੰਦੀ ਹੈ ਤੇ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਕਰਿਆ ਕਰ, ਅਰਜ਼ੋਈ ਕਰਿਆ ਕਰ, ਬੇਨਤੀ ਕਰਿਆ ਕਰ, ਉਸੇ ਦੀ ਕਿਰਪਾ ਵਰਤਣੀ ਹੈ। ਇਹ ਇੱਕ ਭੈਣ ਦੀ ਅਰਦਾਸ ਵੀ ਅਕਾਲ ਪੁਰਖ ਨੇ ਸੁਣਨੀ ਹੈ। ਇੱਕ ਮਾਂ ਦੀ ਅਰਦਾਸ ਸਾਧ ਸੰਗਤ ਜੀ ਉਸ ਅਕਾਲ ਪੁਰਖ ਨੇ ਸੁਣਨੀ ਹੈ। ਉਹ ਵੇਲਾ ਜਦ ਆਉਣ ਵਾਲਾ ਹੈ ਨਾ ਸਾਧ ਸੰਗਤ ਜੀ, ਘਰ ਦੇ ਵਿੱਚ ਸਭ ਤੋਂ ਪਹਿਲਾਂ ਦੌਲਤਾਂ ਦਾਈ ਆਉਂਦੀ ਹੈ। ਦੌਲਤਾਂ ਦਾਈ ਆਣ ਕੇ ਕਲਿਆਣ ਦਾਸ ਪਟਵਾਰੀ ਨੂੰ ਆਣ ਕੇ ਆਖਦੀ ਹੈ ਕਿ ਪਟਵਾਰੀ ਸਾਹਿਬ ਅੱਜ ਤੁਹਾਡੇ ਘਰ ਖੁਸ਼ੀ ਨੇ ਜਨਮ ਲੈਣਾ ਹੈ, ਤੁਹਾਡੇ ਘਰ ਖੁਸ਼ੀ ਆਉਣ ਵਾਲੀ ਹੈ। ਮੈਂ ਬੜੇ ਘਰਾਂ ਦੇ ਵਿੱਚੋਂ ਮੰਗ ਕੇ ਲੈਂਦੀ ਹਾਂ ਤੇ ਤੁਹਾਡੇ ਘਰੋਂ ਵੀ ਮੰਗ ਕੇ ਲੈਣਾ ਹੈ। ਕਿਉਂਕਿ ਪਿਤਾ ਜਿਹੜੇ ਕਲਿਆਣ ਦਾਸ ਨੇ ਸਾਹਿਬ ਜੀਆਂ ਦੇ ਬੜੇ ਹੀ ਵੱਡੇ ਘਰਾਣੇ ਤੋਂ ਨੇ, ਕੰਮ ਕਾਜ ਵੀ ਬੜਾ ਤਗੜਾ ਹੈ, ਪਟਵਾਰੀ ਨੇ, ਪਟਵਾਰੀ ਦੇ ਅਹੁਦੇ ਉੱਪਰ ਨੌਕਰੀ ਕਰਦੇ ਨੇ। ਤੇ ਕਲਿਆਣ ਦਾਸ ਨੂੰ ਇੰਨੀ ਗੱਲ ਆਖੀ ਕਿ ਪਟਵਾਰੀ ਜੀ ਤੁਹਾਡੇ ਕੋਲੋਂ ਮੈਂ ਮੰਗ ਕੇ ਲੈਣਾ ਹੈ, ਤੁਸੀਂ ਮੈਨੂੰ ਨਾ ਕਰਿਓ, ਜੋ ਵੀ ਮੈਂ ਮੰਗਾ ਤੁਸੀਂ ਮੈਨੂੰ ਦੇਣਾ ਹੈ। ਕਲਿਆਣ ਦਾਸ ਨੇ ਇੰਨੀ ਗੱਲ ਆਖੀ ਕਿ ਦੌਲਤਾਂ ਤੂੰ ਚਿੰਤਾ ਕਿਉਂ ਕਰਦੀ ਹੈ, ਖੁਸ਼ੀ ਆ ਲੈਣ ਦੇ, ਜੋ ਤੂੰ ਮੰਗੇਗੀ ਸੋਈ ਤੈਨੂੰ ਦਵਾਂਗੀ। ਹਜ਼ੂਰ ਨੇ ਕਹਿਣ ਲੱਗੇ ਜਦੋਂ ਜਨਮ ਲਿਆ, ਵਿਦਵਾਨ ਸੱਜਣ ਇੱਥੇ ਲਿਖਦੇ ਨੇ ਕਿ ਹਜ਼ੂਰ ਜੀ ਆਉਂਦੇ ਹੋਏ ਜਿਵੇਂ ਆਮ ਬੱਚੇ ਰੋਂਦੇ ਨੇ ਨਾ, ਸਾਹਿਬ ਜੀ ਰੋਏ ਨੇ, ਹੱਸ ਕੇ ਆਏ ਨੇ। ਇੱਥੋਂ ਇਹ ਵੀ ਅੰਦਾਜ਼ਾ ਲਗਾਇਆ ਗਿਆ ਵਿਦਵਾਨਾਂ ਵੱਲੋਂ ਕਿ ਹਜ਼ੂਰ ਜੀ ਨੇ ਆਉਂਦਿਆਂ ਜੱਗ ਦੇ ਅੰਦਰ ਇਹ ਸਾਬਤ ਕਰ ਦਿੱਤਾ ਕਿ ਹੁਣ ਜਿਹੜੇ ਲੋਕ ਪਾਪਾਂ ਤੋਂ ਤੰਗ ਆਣ ਕੇ ਰੋ ਰਹੇ ਸਨ, ਉਹਨਾਂ ਨੂੰ ਰੋਣ ਦੀ ਲੋੜ ਨਹੀਂ। ਸੰਸਾਰ ਨੂੰ ਤਾਰਨ ਵਾਲਾ ਕੱਲ ਤਾਰਨ ਗੁਰੂ ਨਾਨਕ ਆਇਆ। ਤਾਰਨ ਵਾਲੇ ਨੇ ਧਰਤੀ ਦੇ ਉੱਪਰ ਅਵਤਾਰ ਲੈ ਲਿਆ। ਇੱਕਦਮ ਧਰਤੀ ਦੇ ਉੱਪਰ ਸ਼ਾਂਤੀ ਜੀ ਫੈਲ ਗਈ। ਜਦੋਂ ਮੁਸਕਰਾਏ, ਦੌਲਤਾਂ ਦਾਈ ਦੇ ਮਨ ਦੇ ਵਿੱਚ ਚਿੰਤਾ ਜੀ ਵੀ ਹੋ ਗਈ ਕਿ ਬੱਚਾ ਰੋਇਆ ਕਿਉਂ ਨਹੀਂ, ਕਿਉਂਕਿ ਆਮ ਬੱਚੇ ਰੋਂਦੇ ਨੇ, ਪਰ ਆਮ ਬੱਚਿਆਂ ਵਰਗੇ ਸਾਹਿਬ ਜੀ ਨਹੀਂ ਹਨ, ਉਹ ਰੋਏ ਨਹੀਂ। ਤੇ ਦੌਲਤਾਂ ਦੇ ਮਨ ਦੇ ਵਿੱਚ ਇਹ ਬੜੀ ਚਿੰਤਾ ਜੀ ਜ਼ਾਹਰ ਹੋਈ। ਪਰ ਜਦੋਂ
ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ। ਜਦੋਂ ਹਜ਼ੂਰ ਦੇ ਨੇਤਰ ਦੌਲਤਾਂ ਦੀਆਂ ਅੱਖਾਂ ਦੇ ਵੱਲ ਗਏ, ਦੌਲਤਾਂ ਦੀ ਜਿਹੜੀ ਸੁੱਧ ਬੁੱਧ ਵਿਸਰ ਜਾਂਦੀ ਹੈ, ਦੌਲਤਾਂ ਦੇ ਮਨ ਦੀ ਤ੍ਰਿਪਤੀ ਹੋ ਜਾਂਦੀ ਹੈ। ਉਸ ਨੂੰ ਮਾਨੋ ਐ ਲੱਗਾ ਕਿ ਉਸ ਦੀ ਝੋਲੀ ਦੇ ਵਿੱਚ ਸਾਰੀ ਦੁਨੀਆ ਦਾ ਖਜ਼ਾਨਾ ਆ ਡਿੱਗ ਪਿਆ ਹੋਵੇ। ਇੱਦਾਂ ਦਾ ਪ੍ਰਤੀਤ ਹੋਇਆ। ਮਨ ਦੇ ਵਿੱਚ ਬੜੀ ਖੁਸ਼ੀ ਹੋਈ, ਕਿਉਂਕਿ ਇਹ ਖੁਸ਼ੀ ਅੱਗੇ ਕਦੀ ਨਹੀਂ ਹੋਈ। ਐਨੇ ਬੱਚਿਆਂ ਨੂੰ ਹੱਥਾਂ ਦੇ ਵਿੱਚ ਖਿਡਾਇਆ, ਐਨੇ ਬੱਚਿਆਂ ਨੂੰ ਪਾਲਿਆ, ਪਰ ਇਹ ਖੁਸ਼ੀ ਅੱਗੇ ਕਦੀ ਨਹੀਂ ਹੋਈ। ਇਹ ਅੱਜ ਪਹਿਲੀ ਵਾਰ ਇੱਦਾਂ ਦੀ ਖੁਸ਼ੀ ਜਿਹੜੀ ਦੌਲਤਾਂ ਦਾਈ ਨੂੰ ਵੇਖਣ ਨੂੰ ਮਿਲੀ। ਬਾਹਰ ਆਣ ਕੇ ਖੁਸ਼ੀ ਦੀ ਖਬਰ ਦਿੱਤੀ ਕਿ ਪਟਵਾਰੀ ਸਾਹਿਬ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਹੈ। ਬੜੀ ਖੁਸ਼ੀ ਹੋਈ। ਪਿਤਾ ਮਹਿਤਾ ਕਾਲੂ ਜੀ ਨੇ ਇੱਕ ਥਾਲ ਮੰਗਵਾਇਆ, ਉਸ ਦੇ ਵਿੱਚ ਮਾਇਆ ਤੇ ਗਹਿਣੇ ਪਾ ਕੇ ਦੌਲਤਾਂ ਨੂੰ ਦੇਣਾ ਕੀਤੇ। ਦੌਲਤਾਂ ਨੇ ਇਨਕਾਰ ਕਰ ਦਿੱਤਾ। ਆਖਿਆ ਪਟਵਾਰੀ ਸਾਹਿਬ ਤੁਸੀਂ ਤਾਂ ਮੈਨੂੰ ਪਹਿਲਾਂ ਹੀ ਬਹੁਤ ਕੁਝ ਦੇ ਦਿੱਤਾ, ਹੁਣ ਮੈਨੂੰ ਧਨ ਦੀ ਕੋਈ ਲੋੜ ਨਹੀਂ। ਕਲਿਆਣ ਦਾਸ ਜੀ ਆਖਦੇ ਨੇ ਕਿ ਦੌਲਤਾਂ ਕਿਉਂ ਮਜ਼ਾਕ ਕਰਦੀ ਹੈ, ਕਿਉਂ ਝੂਠ ਬੋਲਦੀ ਹੈ, ਤੈਨੂੰ ਤਾਂ ਜੇ ਕੁਝ ਦਿੱਤਾ ਹੀ ਨਹੀਂ। ਆਪੇ ਸਵੇਰੇ ਕਹਿ ਕੇ ਗਈ ਸੀ ਕਿ ਮੈਨੂੰ ਤੁਸੀਂ ਨਾ ਨਹੀਂ ਕਰਨੀ, ਮੈਂ ਤੁਹਾਡੇ ਘਰੋਂ ਮੰਗ ਕੇ ਲੈਣਾ ਹੈ, ਹੁਣ ਤੂੰ ਆਪ ਹੀ ਜਵਾਬ ਦੇਈ ਜਾ ਰਹੀ ਹੈ। ਕਹਿਣ ਲੱਗੇ ਪਟਵਾਰੀ ਸਾਹਿਬ ਵਾਕਈ ਮੈਂ ਇਹ ਗੱਲ ਕਹੀ ਸੀ, ਪਰ ਅਗੰਮੀ ਨੂਰ ਦੇ ਹੁਣ ਦਰਸ਼ਨ ਦਿਦਾਰੇ ਅੰਦਰੋਂ ਕਰਕੇ ਆਈ ਆ ਨਾ, ਮੇਰੇ ਮਨ ਦੀ ਤ੍ਰਿਪਤੀ ਹੋ ਗਈ। ਮੈਨੂੰ ਬਹੁਤ ਖੁਸ਼ੀ ਹੈ। ਅੱਜ ਬਹੁਤ ਵੱਡਾ ਖਜ਼ਾਨਾ ਤੁਹਾਡੇ ਘਰੋਂ ਮਿਲਿਆ। ਇਹ ਨਹੀਂ ਕਿ ਮੈਨੂੰ ਮਿਲਿਆ ਨਹੀਂ, ਇਹ ਧਨ ਦੌਲਤ ਲੈ ਕੇ 2 ਦਿਨ ਕੱਢ ਲਵਾਂਗੀ, ਮਹੀਨਾ ਕੱਢ ਲਵਾਂਗੀ, ਸਾਲ ਕੱਢ ਲਵਾਂਗੀ, ਪਰ ਦੇਣ ਵਾਲੇ ਨੇ ਮੈਨੂੰ ਐਡਾ ਵੱਡਾ ਖਜ਼ਾਨਾ ਦੇ ਦਿੱਤਾ ਹੈ ਨਾ, ਭਾਵੇਂ ਮੈਂ ਸਾਰੀ ਉਮਰ ਬੈਠ ਕੇ ਜ਼ਿੰਦਗੀ ਭਰ ਖਾਈ ਜਾਵਾਂ, ਮੇਰੇ ਕੋਲੋਂ ਕਦੇ ਮੁੱਕਣਾ ਨਹੀਂ। ਇਹ ਹਜ਼ੂਰ ਦੀ ਨਜ਼ਰ ਜਿਹੜੀ ਹੈ ਦੌਲਤਾਂ ਦਾਈ ਦੇ ਉੱਪਰ ਪਈ ਹੈ। ਇਹ ਵੀ ਸਾਧ ਸੰਗਤ ਜੀ ਇਸਤਰੀਆਂ ਦੇ ਵਿੱਚੋਂ ਪਹਿਲੀ ਇਸਤਰੀ ਹੈ ਜਿਸ ਨੇ ਸਭ ਤੋਂ ਪਹਿਲਾਂ ਇੱਕ ਬੀਬੀ ਨੇ, ਦੌਲਤਾਂ ਦਾਈ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਦਰਸ਼ਨ ਦਿਦਾਰੇ ਕੀਤੇ। ਤੇ ਬਚਪਨ ਜਿਹੜਾ ਹਜ਼ੂਰ ਦਾ ਇਹ ਸਾਧ ਸੰਗਤ ਜੀ, ਇਹਨਾਂ ਨੇ ਬਚਪਨ ਦੇ ਵਿੱਚ ਬਾਕੀ ਬੱਚਿਆਂ ਦੇ ਵਾਂਗ ਨਹੀਂ, ਬਲਕਿ ਜਿਵੇਂ ਆਪਸ ਦੇ ਵਿੱਚ ਬੱਚੇ ਖੇਡਦੇ ਹਨ, ਹਜ਼ੂਰ ਨੇ ਜਦ ਬੱਚਿਆਂ ਨੇ ਖੇਡਣਾ ਬਜ਼ੁਰਗਾਂ ਦੇ ਕੋਲ ਚਲੇ ਜਾਣਾ, ਬਜ਼ੁਰਗਾਂ ਦੇ ਕੋਲ ਬੈਠ ਕੇ ਸਿਆਣੀਆਂ ਗੱਲਾਂ ਕਰਨੀਆਂ। ਉਹਨਾਂ ਬਜ਼ੁਰਗਾਂ ਨੇ ਪਿਤਾ ਮਹਿਤਾ ਕਾਲੂ ਜੀ ਦੇ ਆਣ ਕੇ ਕੋਲ ਬੈਠਣਾ ਤੇ ਦੱਸਣਾ, ਕਹਿਣ ਲੱਗੇ ਤੇਰਾ ਬੱਚਾ ਰੱਬ ਦੀਆਂ ਗੱਲਾਂ ਕਰਦਾ ਹੈ, ਕਿਉਂਕਿ ਇਹ ਅਗੰਮੀ ਜੋਤ ਹੈ। ਇਸ ਕਰਕੇ ਸਾਧ ਸੰਗਤ ਜੀ ਇਹ ਕਾਰਨ ਆਪਾਂ ਨੇ ਸਾਂਝਾ ਕੀਤਾ ਹੈ, ਕਿਉਂਕਿ ਜਦੋਂ ਜਦੋਂ ਵੀ ਪਾਪ ਦਾ ਪਸਾਰਾ ਫੈਲੇ ਤਦੋਂ ਤਦੋਂ ਉਹ ਅਕਾਲ ਪੁਰਖ ਦੁਨੀਆ ਦੇ ਵਿੱਚ ਆਣ ਕੇ ਸਮੁੱਚੀ ਕਾਇਨਾਤ ਨੂੰ ਤਾਰਦਾ ਹੈ। ਇਸ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀਆਂ ਦਾ ਮੁੱਖ ਉਪਦੇਸ਼ ਇਹ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ। ਇਹ ਮੁੱਖ ਉਪਦੇਸ਼ ਉਹਨਾਂ ਨੇ ਦੁਨੀਆ ਦੇ ਵਿੱਚ ਆਣ ਕੇ ਦਿੱਤੇ। ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇੱਕ ਬੰਨੇ ਹਿੰਦੂ ਸੀ, ਬੜੀ ਕੱਟੜਤਾ ਕਰਦਾ ਇਸਲਾਮ ਧਰਮ ਦੇ ਨਾਲ, ਦੂਸਰੇ ਬੰਨੇ ਇਸਲਾਮ ਧਰਮ ਸੀ ਜਿਹੜਾ ਹਿੰਦੂ ਨੂੰ ਵੇਖ ਕੇ ਜਰ ਨਹੀਂ ਸੀ ਸਕਦਾ, ਇੱਕ ਦੂਜੇ ਨੂੰ ਮਾਰ ਮਕਾਉਂਦੇ ਸਨ। ਅਜਿਹਾ ਕੀ ਮੇਰੇ ਸਾਹਿਬ ਜੀ ਨੇ ਠੰਡ ਵਰਤਾ ਦਿੱਤੀ ਕਿ ਉਹਨਾਂ ਸਾਰਿਆਂ ਨੂੰ ਇੱਕ ਰਾਮ ਰਹੀਮ ਇੱਕ ਥਾਂ ਖਲੋਈ, ਰਾਮ ਰਹੀਮ ਇਕੱਠੇ ਕਰ ਦਿੱਤੇ। ਕਹਿਣ ਲੱਗੇ ਰਾਮ ਰਹੀਮ ਇੱਕ ਹੀ ਨੇ, ਬਰਾਬਰ ਨੇ, ਕੋਈ ਵੱਖੋ ਵੱਖਰੇ ਨਹੀਂ। ਜਿੰਨਾ ਕਰਕੇ ਆਪਾਂ ਝਗੜਾ ਕਰਦੇ ਪਏ ਆ ਤੇ ਅਸੀਂ ਭਾਗਾਂ ਵਾਲੇ ਆ, ਧੰਨ ਆ ਕਿ ਗੁਰਸਿੱਖੀ ਦਾ ਬੂਟਾ ਸਾਧ ਸੰਗਤ ਜੀ ਉੱਥੇ ਪੁੰਗਰਿਆ ਏ, ਪਰ ਸਾਧ ਸੰਗਤ ਜੀ ਆਬਾਦ ਸ਼੍ਰੀ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਪਰ ਹੋਇਆ ਹੈ। ਕਿਵੇਂ? ਇੱਥੇ ਆਣ ਕੇ ਮੇਰੇ ਸਾਹਿਬ ਜੀ ਨੇ ਦੁਨੀਆ ਨੂੰ ਤਾਰਨ ਦਾ ਫੈਸਲਾ ਲਿਆ। ਬਾਬੇ ਦੇਖਿਆ ਧਿਆਨ ਧਰ, ਜਲਤੀ ਪ੍ਰਿਥਵੀ ਸਭ ਦਿਸਿਆਈ, ਬਾਜੋ ਗੁਰੂ ਗਵਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਨ ਧਰਤ ਲੁਕਾਈ, ਚੜਿਆ ਸੋਧਨ ਧਰਤ ਲੁਕਾਈ। ਵੇਈ ਦੇ ਵਿੱਚ ਪ੍ਰਵੇਸ਼ ਕਰਕੇ ਮੇਰੇ ਸਾਹਿਬ ਜੀ ਨੇ ਗੁਰਬਾਣੀ ਦਾ ਖਜ਼ਾਨਾ ਜਿਹੜਾ ਹੈ, ਮੂਲ ਮੰਤਰ ਗੁਰਦੁਆਰਾ ਸ਼੍ਰੀ ਸੰਤ ਕਾਟ ਸਾਹਿਬ ਜੀ ਦੀ ਧਰਤੀ ਦੇ ਉੱਪਰ ਆਣ ਕੇ ਇੱਥੇ
ਸਾਧ ਸੰਗਤ ਜੀ ਮਾਰਿਆ। ਵਿਦਵਾਨ ਸੱਜਣ ਲਿਖਦੇ ਨੇ ਬੜੀ ਵੱਡੀ ਗੱਲ ਹੈ। ਕਹਿਣ ਲੱਗੇ ਲਖਨਊ ਦੇ ਵਿੱਚ ਇੱਕ ਪੰਡਿਤ ਸੀ ਜਿਸ ਨੇ ਇਹ ਗੱਲ ਆਖ ਦਿੱਤੀ ਸੀ ਕਿ ਇਸਲਾਮ ਦੇ ਵਿੱਚ ਮੁਸਲਮਾਨ ਵੀਰ ਵੀ ਮਾੜਾ ਨਹੀਂ ਤੇ ਹਿੰਦੂ ਵੀਰ ਵੀ ਮਾੜਾ ਨਹੀਂ, ਦੋਨੇ ਬਰਾਬਰਤਾ ਦੇ ਨੇ। ਇਹ ਤਾਂ ਐਵੇਂ ਆਪਸ ਦੇ ਵਿੱਚ ਝਗੜਦੇ ਰਹਿੰਦੇ ਨੇ। ਉਸ ਨੂੰ ਰਾਜੇ ਵੱਲੋਂ ਹੁਕਮ ਹੋਇਆ ਸੀ ਕਿ ਇਸ ਦਾ ਸਿਰ ਕਲਮ ਕਰ ਦਿਓ, ਸਿਰ ਉਤਾਰ ਦਿਓ। ਇਹਨੇ ਐਡੀ ਵੱਡੀ ਗੱਲ ਇਸਲਾਮ ਧਰਮ ਦੇ ਵਿੱਚ ਕਹਿ ਦਿੱਤੀ। ਤੇ ਇਹੀ ਗੱਲ ਹਜ਼ੂਰ ਵਾਸਤੇ ਵੀ ਬੜੀ ਵੱਡੀ ਸੀ ਕਿ ਨਵਾਬ ਦੌਲਤ ਖਾਂ ਲੋਧੀ ਦੇ ਰਾਜ ਦੇ ਵਿੱਚ ਸੁਲਤਾਨਪੁਰ ਦੇ ਅੰਦਰ ਨਾ ਕੋ ਹਿੰਦੂ ਨਾ ਮੁਸਲਮਾਨ, ਜਿਹੜੀ ਐਡੀ ਵੱਡੀ ਗੱਲ ਆਖ ਦੇਣੀ। ਮੂਲ ਮੰਤਰ ਉਚਾਰਨ ਕੀਤਾ ਜਿੱਥੇ ਮੇਰੇ ਸਾਹਿਬ ਜੀ ਨੇ ਇਹ ਨਾਰਾ ਮਾਰਿਆ। ਕਾਜ਼ੀ ਨੂੰ ਵੀ ਸਮਝਾਇਆ ਤੇ ਹਿੰਦੂ ਨੂੰ ਵੀ ਸਮਝਾਇਆ ਕਿ ਭਾਈ ਅਸਲੀ ਰੱਬ ਦੀ ਇਬਾਦਤ ਮਨ ਕਰਕੇ ਨਮਾਜ਼ ਪੜ੍ਹਨਾ, ਮਨ ਕਰਕੇ ਬੰਦਗੀ ਕਰਨੀ ਹੀ ਸਫਲ ਹੈ। ਉਹ ਨਮਾਜ਼ ਵਾਲੀ ਕਹਾਣੀ ਸਾਧ ਸੰਗਤ ਜੀ ਸਾਡੇ ਸਾਰਿਆਂ ਦੇ ਉੱਪਰ ਢੁੱਕਦੀ ਹੈ ਕਿ ਸੰਗਤ ਦੇ ਵਿੱਚ ਆਉਨੇ ਆ ਮਨ ਕਰਕੇ ਸਾਧ ਸੰਗਤ ਜੀ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਸੁਣਿਆ ਕਰੀਏ। ਤਾਂ ਹੀ ਕਥਾ ਵਿਚਾਰਾਂ ਕਰਨ ਤੋਂ ਪਹਿਲਾਂ ਰਾਗੀ ਸਿੰਘ ਕੀਰਤਨ ਕਰਨ ਤੋਂ ਪਹਿਲਾਂ ਇਹ ਆਖਦੇ ਨੇ ਆਓ ਸੰਗਤ ਜੀ ਮਨ ਬਿਰਤੀਆਂ ਇਕਾਗਰ ਕਰੀਏ। ਜੇ ਮਨ ਹੀ ਸੰਗਤ ਦੇ ਵਿੱਚ ਨਹੀਂ ਬੈਠਾ, ਕੱਲਾ ਤਨ ਬੈਠਾ ਹੈ, ਫਿਰ ਗੱਲ ਨਹੀਂ ਬਣਨੀ। ਇਹੀ ਗੱਲ ਗੁਰੂ ਸਾਹਿਬ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਅੰਦਰ ਕਾਜ਼ੀ ਨੂੰ ਤੇ ਨਵਾਬ ਦੌਲਤ ਖਾਂ ਲੋਧੀ ਨੂੰ ਸਮਝਾਈ ਸੀ ਕਿ ਮਨ ਤਾਂ ਸਾਡੇ ਕਿਤੇ ਹੋਰ ਵਪਾਰ ਕਰੀ ਜਾ ਰਹੇ ਨੇ, ਘਰ ਦੇ ਵਿੱਚ ਕੰਮਾਂ ਕਾਜਾਂ ਦੇ ਵਿੱਚ ਫਸੇ ਹੋਏ ਨੇ, ਤੇ ਤਨ ਕਰਕੇ ਇਸ ਊਠਕ ਬੈਠਕ ਨੂੰ ਮੈਂ ਕੀ ਮੰਨਾਂ। ਊਠਕ ਬੈਠਕ ਆਖ ਦਿੱਤਾ ਸਾਹਿਬ ਜੀਆਂ ਨੇ। ਕਹਿਣ ਲੱਗੇ ਤਾਂ ਤੁਸੀਂ ਇਕੱਲਾ ਸਰੀਰ ਕਰਕੇ ਊਠਕ ਬੈਠਕ ਕਰੀ ਜਾ ਰਹੇ ਹੋ, ਮਨ ਤਾਂ ਤੁਹਾਡਾ ਨਮਾਜ਼ ਦੇ ਵਿੱਚ ਨਹੀਂ ਸੀ ਨਾ, ਮਨ ਤਾਂ ਤੁਹਾਡਾ ਕਿਤੇ ਹੋਰ ਤੁਰਿਆ ਫਿਰਦਾ ਸੀ। ਇਸ ਕਰਕੇ ਸਾਹਿਬ ਜੀਆਂ ਨੇ ਇਹ ਮੁੱਖ ਉਪਦੇਸ਼ ਉਹਨਾਂ ਨੂੰ ਸਮਝਾਇਆ, ਭਾਈ ਮਨ ਕਰਕੇ ਜਿਹੜਾ ਹੈ ਰੱਬ ਦਾ ਸਿਮਰਨ ਕਰੀਏ, ਕਥਾ ਵਿਚਾਰ ਨੂੰ ਸਰਵਣ ਕਰੀਏ, ਆਪ ਬਾਣੀ ਪੜ੍ਹੀਏ ਤੇ ਔਰਾਂ ਨੂੰ ਸਾਧ ਸੰਗਤ ਜੀ ਪੜ੍ਹਾਈਏ। ਇਹ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਇੱਥੋਂ ਫਿਰ 4 ਉਦਾਸੀਆਂ ਜਿਹੜੀਆਂ ਨੇ, 4 ਉਦਾਸੀਆਂ ਦੀ ਸ਼ੁਰੂਆਤ ਸ਼੍ਰੀ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਕੀਤੀ। ਸਾਧ ਸੰਗਤ ਜੀ ਅਸੀਂ ਤਾਂ ਇਹ ਬਚਨ ਸਰਵਣ ਕਰਦੇ ਹੁੰਦੇ ਹਾਂ ਗੁਰਬਾਣੀ ਦੇ ਵਿੱਚੋਂ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ। ਕਹਿਣ ਲੱਗੇ ਮੈਂ ਤਾਂ ਮੂਰਖ ਸੀ। ਕਹਿਣ ਲੱਗੇ ਉਸ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅਸੀਂ ਰੋਜ਼ ਬਚਨ ਸੁਣਦੇ ਆ, ਉਹਨਾਂ ਨੇ ਇੱਕ ਵਾਰੀ ਬਚਨ ਸੁਣਿਆ ਉਹਨਾਂ ਦਾ ਬੇੜਾ ਪਾਰ ਹੋ ਗਿਆ। ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਨ੍ਹਾਂ ਨੇ ਇੱਕ ਵਾਰੀ ਵੇਖਿਆ ਸਾਧ ਸੰਗਤ ਜੀ, ਦੌਲਤਾਂ ਦਾਈ ਨੇ ਪਹਿਲੀ ਵਾਰ ਵੇਖਿਆ ਉਹ ਤਰ ਗਈ। ਭੂਮੀਆਂ ਚੋਰ ਨੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਸੰਗਤ ਕੀਤੀ, ਉਹ ਤਰ ਗਏ। ਸੱਜਣ ਠੱਗ ਵਰਗੇ ਤਰ ਗਏ, ਕੋਡੇ ਰਾਖਸ਼ ਵਰਗੇ ਤਰ ਗਏ, ਜਿਨ੍ਹਾਂ ਨੇ ਇੱਕ ਵਾਰੀ ਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕੀਤੇ ਤੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਮੰਨਿਆ। ਕਿਉਂਕਿ ਭੂਮੀਆਂ ਚੋਰ ਨੇ ਆਖਿਆ ਸੀ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀਆਂ ਨੂੰ, ਸਤਿਗੁਰ ਪਾਤਸ਼ਾਹ ਜੀ ਮਹਾਰਾਜ ਮੇਰੇ ਕੋਲੋਂ ਇਹ ਚੋਰੀ ਦਾ ਧੰਦਾ ਛੱਡਿਆ ਨਹੀਂ ਜਾਣਾ, ਮੈਂ ਜੇ ਡਾਕੇ ਕਤਲ ਕਰਦਾ ਹਾਂ ਨਾ ਮੇਰੇ ਤੋਂ ਛੱਡੇ ਨਹੀਂ ਜਾਣੇ। ਮੇਰੇ ਸਾਹਿਬ ਜੀ ਨੇ 3 ਬਚਨ ਉਹਨੂੰ ਆਖੇ ਸਨ, 3 ਬਚਨਾਂ ਨੂੰ ਮੰਨ ਲਾ ਤੇਰੀ ਜ਼ਿੰਦਗੀ ਜਿਹੜੀ ਹੈ ਬੰਨੇ ਲੱਗ ਜਾਵੇਗੀ। ਉਹਨਾਂ 3 ਬਚਨਾਂ ਨੂੰ ਉਹਨੇ ਮੰਨਿਆ। ਸਾਧ ਸੰਗਤ ਜੀ ਇੱਕ ਲੂਣ ਖਾ ਕੇ ਸਾਧ ਸੰਗਤ ਜੀ ਕਿਸੇ ਦਾ ਹਰਾਮ ਨਹੀਂ ਕਰਨਾ। ਕਿਸੇ ਗਰੀਬ ਦੇ ਨਾਲ ਅਨਿਆਂ ਹੁੰਦਾ ਹੋਵੇ ਤਾਂ ਪਿੱਛਾ ਨਹੀਂ ਭੌਂ ਕੇ ਵੇਖਣਾ। ਸਾਧ ਸੰਗਤ ਜੀ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਸਮਝਾਉਣਾ ਕੀਤਾ ਭੂਮੀਆਂ ਚੋਰ ਨੂੰ ਕਿ ਤੇਰੀਆਂ ਅੱਖਾਂ ਦੇ ਸਾਹਮਣੇ ਅਨਿਆਂ ਹੁੰਦਾ ਹੋਵੇ, ਗਰੀਬ ਮਾਰ ਹੁੰਦੀ ਹੋਵੇ, ਤੂੰ ਉਸ ਦਾ ਜਾ ਕੇ ਮਦਦ ਕਰਨੀ ਹੈ, ਉਸ ਦਾ ਸਾਥ ਦੇਣਾ ਹੈ। ਇਹ ਨਹੀਂ ਕਿ ਤੂੰ ਉਸ ਨੂੰ ਉੱਥੇ ਛੱਡ ਕੇ ਚਲਾ ਜਾਵੇਂ। ਤੀਸਰਾ ਬਚਨ ਝੂਠ ਨਹੀਂ ਬੋਲਣਾ। ਆਹ 3 ਬਚਨ ਭੂਮੀਆਂ ਚੋਰ ਨੇ ਆਪਣੇ ਜੀਵਨ ਦੇ ਵਿੱਚ ਵਸਾਏ ਤੇ ਉਹ ਤਰ ਗਿਆ। ਤੇ ਸੱਜਣ ਠੱਗ ਨੂੰ ਵੀ ਆਖਿਆ ਸੀ ਕਿ ਸੱਜਣਾ ਜੇ ਨਾਮ ਸੱਜਣ ਸੱਜਣਾ ਵਰਗੇ ਕੰਮ ਕਰ, ਠੱਗੀਆਂ ਮਾਰ ਕੇ ਨਾ ਕੋਈ ਅੱਜ ਤੱਕ ਤਰਿਆ ਤੇ ਨਾ ਕਿਸੇ ਨੇ ਤਰਨਾ ਹੈ। ਕਿੰਨੀ ਕੁ ਦੇਰ ਤੱਕ ਤੂੰ ਠੱਗੀਆਂ ਮਾਰ ਲਵੇਂਗਾ, ਲੋਕਾਂ ਨੂੰ ਮੂਰਖ ਬਣਾ ਲਵੇਂਗਾ। ਇਸ ਕਰਕੇ ਭਾਈ ਇਹਨਾਂ ਦੇ ਵਿੱਚ ਕੁਝ ਨਹੀਂ ਰੱਖਿਆ। ਜਿੰਨੇ ਸਵਾਸ ਮਿਲੇ ਨੇ ਇੱਕ ਦਿਨ ਦੁਨੀਆ ਨੂੰ ਛੱਡ ਕੇ ਚਲੇ ਜਾਣਾ ਹੈ। ਕਿੰਨੇ ਆਏ ਤੇ ਕਿੰਨਿਆਂ ਨੇ ਚਲੇ ਜਾਣਾ ਹੈ। ਬਸ ਇੱਥੇ ਤਾਂ ਸ਼ਬਦ ਤੇ ਸਾਧ ਸੰਗਤ ਜੀ ਨਾਮ ਜਪਣ ਵਾਲੇ ਦਾ ਨਾਮ ਜਿਹੜਾ ਰਹਿ ਜਾਣਾ। ਨਾਮ ਰਿਓ ਸਾਧੂ ਰਹਿਓ ਗੁਰੂ ਗੋਬਿੰਦ। ਇਹਨਾਂ ਨੇ ਹੀ ਸਾਧ ਸੰਗਤ ਜੀ ਦੁਨੀਆ ਦੇ ਵਿੱਚ ਰਹਿ ਜਾਣਾ ਹੈ। ਇਸ ਲਈ ਜਿਨ੍ਹਾਂ ਨੇ ਵੀ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣਿਆ ਉਹਨਾਂ ਦਾ ਜੀਵਨ ਸਾਧ ਸੰਗਤ ਜੀ ਤਰ ਗਿਆ। ਇਹ ਸੀ ਗੁਰੂ ਸਾਹਿਬ ਜੀ ਦਾ ਆਉਣ ਦਾ ਕਾਰਨ। ਆਏ ਤੇ ਸ਼ਬਦ ਦੇ ਵਿੱਚੋਂ ਗਿਆਨ ਦੇ ਕੇ ਸਾਨੂੰ ਅੱਜ ਵੀ ਉਹ ਆਖ ਰਹੇ ਨੇ, ਭਾਈ ਸ਼ਬਦ ਜਦੋਂ ਮਨ ਕਰਕੇ ਤੁਸੀਂ ਸਰਵਣ ਕਰੋਗੇ ਤੁਹਾਨੂੰ ਗੁਰੂ ਨਾਨਕ ਦੇ ਦਰਸ਼ਨ ਹੋਣਗੇ। ਇੱਥੋਂ ਸ਼ਬਦ ਦੇ ਵਿੱਚੋਂ
ਠੀਕ ਹੈ ਸਾਧ ਸੰਗਤ ਜੀ, ਮਨੁੱਖ ਨੇ ਮੂਰਤਾਂ ਫੋਟੋਆਂ ਬਣਾਈਆਂ ਨੇ, ਪਰ ਸ਼ਬਦ ਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਦਰਸ਼ਨ ਦਿਦਾਰੇ ਕਰਨ ਵਾਸਤੇ ਸਾਨੂੰ ਆਖਿਆ ਕਿ ਸ਼ਬਦ ਪੜ੍ਹੀ ਤੇ ਰੱਬ ਨੂੰ ਯਾਦ ਕਰੀ। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਇਹ ਸ਼ਬਦ ਅਸੀਂ ਆਰੰਭਤਾ ਦੇ ਵਿੱਚ ਸਰਵਣ ਕਰ ਰਹੇ ਸੀ। ਇਸ ਪ੍ਰਕਾਰ ਗੁਰੂ ਸਾਧ ਸੰਗਤ ਜੀ ਆਪਣੇ ਪਿਆਰਿਆਂ ਦੀ ਰੱਖਿਆ ਆਪ ਕਰਦਾ ਹੈ। ਤਰਨ ਤਾਰਨ ਹਰ ਨਿਤ ਦੁਖ ਨ ਸਕੈ ਬਿਆਪ। ਜਿਹੜੇ ਗੁਰੂ ਦੀ ਸੰਗਤ ਕਰਦੇ ਨੇ ਉਹ ਪਿਆਰੇ ਧਨ ਨੇ, ਗੁਰਾਂ ਦੀ ਸੰਗਤ ਧਨ ਹੈ। ਸਾਹਿਬ ਜੀਆਂ ਨੇ ਆਖਿਆ ਤਰਨ ਤਾਰਨ ਹਰ ਨਿਤ ਦੁਖ ਨ ਸਕੈ ਬਿਆਪ। ਉਹਨਾਂ ਨੂੰ ਨਾਮ ਦਾ ਖਜ਼ਾਨਾ ਮਿਲਦਾ ਹੈ ਨਿਤ, ਤੇ ਉਹਨਾਂ ਨੂੰ ਕਦੇ ਦੁੱਖ ਨਹੀਂ ਭਾਉਂਦਾ। ਸਾਧੂ ਸੰਗ ਭਜੋ ਗੋਪਾਲ। ਸਾਧੂਆਂ ਦੀ ਸੰਗਤ ਦੇ ਵਿੱਚ ਬੈਠ ਕੇ ਭਾਈ ਰੱਬ ਦਾ ਸਿਮਰਨ ਕਰੋ। ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਪਰਮੇਸ਼ਰ ਦਾ ਸਿਮਰਨ ਕਰੋ। ਆਨ ਸੰਜਮ ਕਿਛ ਨ ਸੂਝੈ, ਇਹ ਜਤਨ ਕਾਟ ਕਲ ਕਾਲ। ਫਿਰ ਕਹਿਣ ਲੱਗੇ ਜਦੋਂ ਸਮਾਂ ਮਿਲ ਜਾਵੇ, ਆਨ ਸੰਜਮ ਕਿਛ ਨ ਸੂਝੈ, ਜਦੋਂ ਕਾਲ ਨੇੜੇ ਆ ਜਾਂਦਾ ਫਿਰ ਕੁਝ ਸੁਝਦਾ ਹੀ ਨਹੀਂ ਸਮਾਂ, ਕਿਉਂਕਿ ਮਨੁੱਖ ਗਵਾ ਲੈਂਦਾ ਹੈ। ਰਹਾਉ ਆਦਿ ਅੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਈ। ਉਹ ਆਦ ਵਿੱਚ ਵੀ ਹੈ, ਹੁਣ ਵੀ ਹੈ, ਤੇ ਅੰਤ ਦੇ ਵਿੱਚ ਵੀ ਰਹੇਗਾ। ਉਸ ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਹੋਰ ਨਹੀਂ। ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ। ਜੇ ਭਾਈ ਤੂੰ ਵਾਕਿਆ ਹੀ ਇਸ ਜੀਵਨ ਦੇ ਵਿੱਚ ਜਨਮ ਮਰਨ ਦੇ ਗੇੜ ਤੋਂ ਮੁਕਤ ਹੋਣਾ ਹੈ ਨਾ, ਤਾਂ ਕੀ ਕਰ, ਹਰ ਜਪ ਸਿਮਰ ਸੁਆਮੀ ਸੋਏ। ਉਸ ਹਰੀ ਦਾ ਸਿਮਰਨ ਕਰਿਆ ਕਰ। ਵੇਦ ਸਿਮਰਤ ਕਥੈ ਸਾਸਤ ਭਗਤ ਕਰਹਿ ਵਿਚਾਰ। ਵੇਦ ਸਿਮਰਤ ਕਥੈ ਸਾਸਤ, ਜਿੰਨੇ ਵੀ ਵੇਦ ਸਿਮਰਤ ਨੇ ਸਾਹਿਬ ਜੀ ਆਖਦੇ ਨੇ ਭਗਤ ਇਹਨਾਂ ਦੀ ਵਿਚਾਰ ਕਰਦੇ ਨੇ। ਸਭ ਤੋਂ ਉੱਤਮ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਹੈ ਵੇਦਾਂ ਮੈਂ ਨਾਮ ਸੋ ਉੱਤਮ। ਕਹਿਣ ਲੱਗੇ ਸਭ ਤੋਂ ਉੱਤਮ ਵੇਦਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ। ਜੋ ਨਾਮ ਦੀ ਵਿਚਾਰ ਕਰਦੇ ਹਨ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ। ਇਸ ਪ੍ਰਕਾਰ ਫਿਰ ਭਾਈ ਮੁਕਤੀ ਪਾ ਲਈਦੀ ਹੈ ਜਦੋਂ ਰੱਬ ਦੀ ਸੰਗਤ ਕਰੀਦੀ ਹੈ, ਸਾਧ ਸੰਗਤ ਦੇ ਵਿੱਚ ਬੈਠੀਦਾ ਹੈ। ਬਿਨ ਸਜਾਏ ਅੰਧਾਰ, ਅੰਧੇਰਾ ਜਿਹੜਾ ਸਾਡੇ ਹਿਰਦੇ ਦੇ ਵਿੱਚ ਹੈ ਉਹ ਦੂਰ ਹੋ ਜਾਂਦਾ ਹੈ। ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ। ਕਹਿਣ ਲੱਗੇ ਪ੍ਰਭੂ ਧਨ ਹੈ, ਗੁਰੂ ਧਨ ਹੈ, ਜਿਹੜਾ ਆਪਣੇ ਪਿਆਰਿਆਂ ਦਾ ਭਾਰ ਉਤਾਰਾ ਕਰਦਾ ਹੈ। ਤਾਣ ਮਾਣ ਦੇ ਮਾਣ ਸਾਚਾ ਨਾਨਕ ਕੀ ਪ੍ਰਭ ਟੇਕ। ਨਾਨਕ ਦਾ ਆਸਰਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਤਾਣ ਮਾਣ ਦੇ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ। ਆਸਰਾ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੈ ਤੇ ਰਹੇਗਾ। ਤੇ ਉਸੇ ਦੀ ਹੀ ਸਿਮਰਨ ਬੰਦਗੀ ਕਰਕੇ ਗੁਰੂ ਦੇ ਜਰੀਏ ਅਸੀਂ ਜਿਹੜਾ ਹੈ ਆਪਣਾ ਜੀਵਨ ਜਿਹੜਾ ਪਾਰ ਕਿਨਾਰੇ ਦੇ ਉੱਪਰ ਲਗਾਉਣਾ ਹੈ। ਇਹੀ ਅਸਲੀ ਨਾਮ ਹੀ ਪੂੰਜੀ ਹੈ ਜੀਵਨ ਦੇ ਵਿੱਚ। ਅਸਲੀ ਰਾਸ ਪੂੰਜੀ ਏਕ, ਅਸਲੀ ਪਰਮੇਸ਼ਰ ਦਾ ਨਾਮ ਧਨ ਹੀ ਹੈ, ਜਿਸ ਨੂੰ ਕਮਾ ਕਰਕੇ ਆਪਾਂ ਇਸ ਜੱਗ ਨੂੰ ਜਿੱਤ ਕੇ ਇੱਥੋਂ ਲੋਕ ਤੋਂ ਪਰਲੋਕ ਦੇ ਵਿੱਚ ਜਾਣਾ ਹੈ। ਉੱਥੇ ਹੀ ਫਿਰ ਸਾਡੀ ਜਿਹੜੀ ਹੈ ਜੈ ਜੈਕਾਰ ਹੋਣੀ ਹੈ ਬੰਦਗੀ ਦੇ ਨਾਲ। ਸਾਧ ਸੰਗਤ ਜੀ ਉੱਥੇ ਫਿਰ ਕੋਈ ਹੋਏ ਨਹੀਂ ਆਂਦਾ, ਸਾਰਿਆਂ ਦਾ ਸਤਿਕਾਰ ਹੁੰਦਾ ਹੈ। ਇਸ ਕਰਕੇ ਭਾਈ ਇਹੀ ਮੁੱਖ ਮਿਸ਼ਨ ਹੈ। ਦਾਤਾਰ ਪਿਤਾ ਰੋਜ਼ਾਨਾ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਪਰਮੇਸ਼ਰ ਦੀ ਬੰਦਗੀ ਦੇ ਨਾਲ ਜਿਹੜਾ ਹੈ ਸਾਡਾ ਇਹ ਜੀਵਨ ਪਾਰ ਹੋ ਸਕਦਾ ਹੈ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰਾਂ ਦੀ ਸੰਗਤ ਭੁੱਲ ਚੁੱਕ ਖਿਮਾ ਬਖਸ਼ਣ ਯੋਗ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਇਤਿਹਾਸ ਸਰਵਣ ਕਰਵਾਉਂਦਿਆਂ ਹੋਇਆ, ਬਾਣੀ ਸਰਵਣ ਕਰਵਾਉਂਦਿਆਂ ਹੋਇਆ ਸਾਧ ਸੰਗਤ ਜੀ ਭੁੱਲਾਂ ਚੁੱਕਾਂ ਰਹਿ ਜਾਂਦੀਆਂ ਨੇ। ਭੁੱਲਾਂ ਚੁੱਕਾਂ ਦੀ ਮਾਫੀ ਆਪ ਸਭਨਾਂ ਨੂੰ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰਨ। ਆਓ ਖੀਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਬੁਲਾਈਏ ਜੀ। ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।